करते हैं साडे पहले सैशन तो, जिसका नाम है किवें भरेगा खजाना। ते सैशन दे विच असीं चर्चा करांगे पंजाब दे खजाना मंत्री हरपाल चीमा जी दे नाल। लेकिन उस तो पहला एक ऑडियो विजुअल के जरिए देखते हैं की है इन्हां दा खजाने नूं लैके विजन। हरपाल सिंह चीमा, उम्र 47 साल, विधानसभा सीट दिड़बा, महकमा खजाना, आबकारी ते टैक्स, सहकारिता ते योजना। दिड़बा विधानसभा सीट दी चोण जंग नूं लगातार दूजी वार फतेह करन वाले हरपाल सिंह चीमा ने वकालत दे खेतर विच नामना खट्टण तो बाद सियासी सफर दी शुरुआत कीती सी। 2017 विच पहली बार चोण लड़ी, जिते ਅਤੇ विधान सभा ਦੇ विरोधी धिर ਦੇ ਆਗੂ ਵੀ ਬਣੇ। 2022 ਦੀਆਂ ਚੋਣਾਂ ਵਿੱਚ ਚੀਮਾ ਨੇ ਜਿੱਤ ਦਾ ਇਤਿਹਾਸ ਦੁਹਰਾਇਆ ਅਤੇ ਸਰਕਾਰ ਬਣਨ ਤੇ ਹਰਪਾਲ ਸਿੰਘ ਚੀਮਾ ਨੂੰ ਮਿਲੀ ਖਜ਼ਾਨਾ ਮੰਤਰਾਲੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ। ਸੁਨਹਿਰਾ ਪੰਜਾਬ ਦੇ ਮੰਚ ਤੇ ਸਵਾਗਤ ਕਰਦੇ ਹਾਂ ਸੂਬਾ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ। I'll now request our deputy news editors Gaurav Shukla and Vijaypal Singh Barat to please escort the Honourable Minister on the stage. हरपाल चीमा जी आम आदमी पार्टी ਦੇ ਵਿੱਚ शामिल होने तो पहला वकील भी रहे ने, विद्यार्थी राजनीति भी रहे ने। ਹੁਣ दूसरी बार दिड़बा ਤੋਂ विधायक चुन के आए तो पंजाब ਦੇ खजाने की चाबी ਇਹਨਾਂ ਨੂੰ मिली है। तो चर्चा करांगे खजाना किवें भरेगा। Over to you, Gaurav and Vijaypal. ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਸੈਸ਼ਨ ਦੇ ਵਿੱਚ ਅਸੀਂ ਪੰਜਾਬ ਦੇ ਹੀ ਮੁੱਦਿਆਂ ਦੀ ਗੱਲ ਕਰਨੀ ਹੈ, ਸਿਰਫ ਪੰਜਾਬ ਦੇ ਮੁੱਦਿਆਂ ਦੀ। ਸ਼ੁਰੂਆਤ ਖਜ਼ਾਨੇ ਨਾਲ ਹੋਣ ਜਾ ਰਹੀ ਹੈ। ਗੱਲ ਖਜ਼ਾਨੇ ਦੀ ਕਰਾਂਗੇ, ਸਵਾਲ ਖਰੇ ਖਰੇ ਹੋਣਗੇ। ਕਹਿੰਦੇ ਨੇ ਕੋਈ ਵੀ ਕੰਮ ਕਰਨਾ ਹੋਵੇ ਸਲਾਹਾਂ ਦੇਣ ਵਾਲੇ ਬਹੁਤ ਹੁੰਦੇ ਨੇ, ਸਲਾਹਾਂ ਲੈਣ ਵਾਲੇ ਬਹੁਤ ਹੁੰਦੇ ਨੇ, ਪਰ ਗੱਲ ਜਦੋਂ ਤੁਰਦੀ ਹੈ ਤਾਂ ਫਿਰ ਤੁਰਦੀ ਹੈ ਨੋਟਾਂ ਦੇ ਨਾਲ, ਪੈਸਿਆਂ ਦੇ ਨਾਲ। ਇਸ ਕਰਕੇ ਅਸੀਂ ਅੱਜ ਦੇ ਇਸ ਪੂਰੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਸੈਗਮੈਂਟ ਦੇ ਨਾਲ ਹੀ ਸ਼ੁਰੂ ਕਰਨ ਜਾ ਰਹੇ ਹਾਂ, ਜਿੱਥੇ ਜ਼ਿਕਰ ਖਜ਼ਾਨੇ ਦਾ, ਖਜ਼ਾਨੇ ਮੰਤਰੀ ਦਾ, ਹਰਪਾਲ ਸਿੰਘ ਚੀਮਾ ਹੋਰਾਂ ਦਾ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਇਸ ਸਟੇਜ ਦੇ ਉੱਤੇ, ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਰ ਸ਼ੁਰੂਆਤ ਕਰਦੇ ਹਾਂ ਕਿਉਂਕਿ ਹਾਲ ਹੀ ਦੇ ਵਿੱਚ ਤੁਸੀਂ ਬਜਟ ਪੇਸ਼ ਕੀਤਾ, ਦੂਜੇ ਡਿਪਾਰਟਮੈਂਟ ਵੀ ਹੈਗੇ ਨੇ, ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂਗਾ, ਪਰ ਪਹਿਲਾਂ ਖਜ਼ਾਨੇ ਤੋਂ ਹੀ ਸ਼ੁਰੂਆਤ, ਬਜਟ ਤੋਂ ਹੀ ਸ਼ੁਰੂਆਤ। ਲੋਕ ਜਾਣਨਾ ਚਾਹੁੰਦੇ ਨੇ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਚਰਚਾ ਹੈ ਕਿ ਸਾਡੇ ਪਰ ਕਰਜ਼ਾ ਬਹੁਤ ਵੱਧ ਰਿਹਾ ਹੈ, ਦੂਜੇ ਪਾਸੇ ਬਹੁਤ ਸਾਰੀਆਂ ਫੈਸਿਲਿਟੀਜ਼ ਜਾਂ ਫਿਰ ਸਬਸਿਡੀਜ਼ ਦਾ ਜ਼ਿਕਰ ਹੋ ਰਿਹਾ। ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਸਰ, ਤੁਹਾਨੂੰ ਲੱਗਦਾ ਕਿ ਬਿਲਕੁਲ ਸਹੀ ਟਰੈਕ ਦੇ ਉੱਤੇ ਇਸ ਸਮੇਂ ਪੰਜਾਬ ਦਾ ਖਜ਼ਾਨਾ ਡਿਪਾਰਟਮੈਂਟ ਹੈ? ਬਹੁਤ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਮੈਂ ਜੋ ਸਬਸਿਡੀ ਦਾ ਜ਼ਿਕਰ ਕਰ ਦਿੱਤਾ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਪੰਜਾਬ ਦੇ ਬਤੌਰ ਮੁੱਖ ਮੰਤਰੀ ਆਪਣੀ ਸਹੁੰ ਚੁੱਕੀ, ਆਪਣਾ ਕਾਰਜਕਾਲ ਸੰਭਾਲਿਆ, ਔਰ ਉਸ ਤੋਂ ਬਾਅਦ ਪੰਜਾਬ ਦੀ ਆਰਥਿਕਤਾ ਜਿਹੜੀ ਆ, ਆਰਥਿਕਤਾ ਲੀਹ ਤੇ ਜਿਹੜੀ ਆ ਉਹ ਚੱਲਣ ਲੱਗੀ ਆ। ਔਰ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਲੋਕਾਂ ਦੁਆਰਾ ਦਿੱਤੇ ਗਏ ਟੈਕਸ ਦੀ ਜਿਹੜੀ ਆ ਉਹ ਆ ਰਿਹਾਗਾ। ਔਰ ਜਿੰਨੀਆਂ ਵੀ ਕਮਿਟਮੈਂਟਸ, ਜਿੰਨੀਆਂ ਵੀ ਜਿਹੜੀਆਂ ਗਰੰਟੀਜ਼ ਨੇਗੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੁਆਰਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਦਿੱਤੀਆਂ ਗਈਆਂ 100% ਪੂਰੀਆਂ ਕਰਾਂਗੇ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਸਰਕਾਰ ਸੰਭਾਲੀ ਸੀ ਉਸ ਸਮੇਂ ਖਜ਼ਾਨਾ ਜਿਹੜਾ ਸੀਗਾ, ਜਿਸ ਤਰ੍ਹਾਂ ਪੁਰਾਣੀ ਸਰਕਾਰ ਕਹਿੰਦੀ ਸੀ, ਖਾਲੀ ਸੀਗਾ। ਔਰ ਖਜ਼ਾਨੇ ਨੂੰ ਭਰਨ ਦਾ ਪਿਛਲੇ 5 ਸਾਲਾਂ ਦੇ ਵਿੱਚ ਮੈਂ ਤੁਹਾਡੀ ਸਟੇਜ ਤੇ ਬੜੇ ਦਾਅਵੇ ਨਾਲ ਕਹਿ ਰਿਹਾਗਾ 1% ਵੀ ਯਤਨ ਨਹੀਂ ਕੀਤਾ। ਮੈਂ ਜੇ ਥੋੜਾ ਇਤਿਹਾਸ ਚਲਾ ਜਾਵਾਂ, ਸਮਾਂ ਲੱਗੂਗਾ। 2017 ਦੇ ਵਿੱਚ 1 ਜੁਲਾਈ 2017 ਨੂੰ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ GST ਦੀ ਰਜੀਮ ਜਿਹੜੀ ਆ ਉਹਦੀ ਸ਼ੁਰੂਆਤ ਹੋਈ ਸੀ। GST ਦੀ ਰਜੀਮ ਜਦੋਂ ਸ਼ੁਰੂਆਤ ਹੋਈ ਸੀ, ਸਾਰੇ ਜਿੰਨੇ ਵੀ ਸਟੇਟ ਸੀਗੇ, ਸਟੇਕ ਹੋਲਡਰ ਸੀਗੇ ਇਕਨੋਮੀ ਦੇ, ਪੰਜਾਬ ਵਿੱਚ ਹੈਗਾ, ਸਭ ਨੂੰ ਕਿਹਾ ਗਿਆ ਸੀਗਾ ਕਿ ਜੇਕਰ ਤੁਹਾਡੀ ਇਕਨੋਮੀ ਪੈਰਾਂ ਸਿਰ ਨਾ ਹੋਈ ਤਾਂ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹ 14% ਤੱਕ ਤੁਹਾਨੂੰ ਜਿਹੜਾ ਹੈਗਾ ਕੰਪਨਸੇਟ ਕਰੂਗੀ ਜੀ। ਪਰ ਲੇਕਿਨ ਤੁਸੀਂ ਸਟੇਟਾਂ ਨੇ ਯਤਨ ਕਰ ਰਹੇ ਨੇ ਕਿ ਆਪਣੀ ਇਕਨੋਮੀ ਨੂੰ ਪੈਰਾਂ ਸਿਰ ਖੜੇ ਕਰਨ ਦਾ ਜੀ, ਪਰ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ 5 ਸਾਲਾਂ ਦੇ ਦੌਰਾਨ ਪੁਰਾਣੀ ਗਵਰਨਮੈਂਟ ਨੇ ਇੱਕ ਸਿੰਗਲ ਸਟੈਪ ਜਿਹੜਾ ਹੈਗਾ ਇਕਨੋਮੀ ਨੂੰ ਸੁਧਾਰਨ ਲਈ ਚੱਕਿਆ ਹੈਗਾ। 1% ਦਾ ਵਾਅਦਾ ਵੀ ਜਿਹੜਾ ਹੈਗਾ
ਨਾ ਕਿਸੇ ਵੀ ਟੈਕਸ ਕਲੈਕਸ਼ਨ ਦੇ ਖੇਤਰ ਦੇ ਕਿਸੇ 'ਚ ਨਹੀਂ ਕੀਤਾ ਹੈਗਾ। 5 ਸਾਲ ਡਿਪੈਂਡੈਂਟ ਰਹੇ ਗਵਰਨਮੈਂਟ ਆਫ ਇੰਡੀਆ ਦੇ ਕੰਪਨਸੇਸ਼ਨ ਤੇ ਡਿਪੈਂਡ ਰਹੇ। ਸੋ ਹੁਣ ਜਦੋਂ ਜੀਐਸਟੀ ਰਜੀਮ ਜਿਹੜੀ ਆ 30 ਜੂਨ ਨੂੰ ਖਤਮ ਹੋ ਚੁੱਕੀ ਆ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਸਟੇਟ ਕਿਵੇਂ ਖੜਾ ਹੋਣਾਗਾ ਸਾਡੀ ਜ਼ਿੰਮੇਵਾਰੀ ਆ। ਪੰਜਾਬ ਦੇ ਲੋਕਾਂ ਨੇ ਸਾਡੀ ਜ਼ਿੰਮੇਵਾਰੀ ਲਾਈ ਹੈਗੀ ਕਿ ਪੰਜਾਬ ਦੀ ਇਕਨੋਮੀ ਨੂੰ ਕਿਵੇਂ ਠੀਕ ਕਰਨਾਗਾ, ਪੰਜਾਬ ਦੇ ਵਿਗੜੇ ਵਿੱਤੀ ਹਾਲਾਤਾਂ ਨੂੰ ਕਿਵੇਂ ਠੀਕ ਕਰਨਾਗਾ, ਉਹਦੇ ਲਈ ਬਿਲਕੁਲ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਬਹੁਤ ਸਾਰੀਆਂ ਸਟੇਟਸ ਨੇ ਮੰਗ ਕੀਤੀ ਹੈ ਕਿ ਕੰਪਨਸੇਸ਼ਨ ਫਿਰ 5 ਸਾਲ ਵਧਾ ਦਿੱਤਾ ਜਾਵੇ, ਪੰਜਾਬ ਉਹਨਾਂ ਦੇ ਵਿੱਚ ਹੈ। ਤੁਸੀਂ ਕੋਈ ਰਿਟਰਨ ਕੋਈ ਲਿਖਤੀ ਤੌਰ ਤੇ ਗਏ ਹੋ ਸੈਂਟਰ ਦੇ ਕੋਲ? 27 28 38 ਤਰੀਕ ਨੂੰ ਜਿਹੜਾ ਲੰਘੀ ਤਰੀਕ ਆ ਉਦੋਂ ਜੀਐਸਟੀ ਕੌਂਸਲ ਦੀ ਮੀਟਿੰਗ ਜਿਹੜੀ ਆ ਪੰਜਾਬ ਕੋ ਹੋਸਟ ਸੀਗਾ। ਪੰਜਾਬ, ਚੰਡੀਗੜ੍ਹ, ਹਰਿਆਣਾ ਤਿੰਨਾਂ ਨੇ ਹੋਸਟ ਕੀਤੀ ਸੀ ਉਸ ਮੀਟਿੰਗ ਨੂੰ। ਜਿਹੜਾ ਹੈਗਾ ਬਿਲਕੁਲ ਸਭ ਤੋਂ ਪਹਿਲਾਂ ਜੀਐਸਟੀ ਕੰਪਨਸੇਸ਼ਨ ਵਧਾਉਣ ਨੂੰ ਲੈ ਕੇ ਜਦੋਂ ਡਿਬੇਟ ਸ਼ੁਰੂ ਹੋਈ, ਔਰ ਡਿਬੇਟ ਜਿਹੜੀ ਆ ਪੰਜਾਬ ਨੇ ਸ਼ੁਰੂ ਕੀਤੀ, ਬਤੌਰ ਮੈਂਬਰ ਜੀਐਸਟੀ ਕੌਂਸਲ ਮੈਂ ਸ਼ੁਰੂ ਕੀਤੀ, ਔਰ ਗਵਰਨਮੈਂਟ ਆਫ ਇੰਡੀਆ ਦੇ ਸਾਹਮਣੇ ਮੰਗ ਰੱਖੀ ਕਿ 5 ਸਾਲ ਦੇ ਲਈ ਜਿਹੜਾ ਕੰਪਨਸੇਸ਼ਨ ਹੋਰ ਵਧਾਇਆ ਜਾਵੇ, ਕਿਉਂਕਿ ਪਿਛਲੇ 5 ਸਾਲ ਤਾਂ ਸਾਡੀ ਘੱਟੋ ਘੱਟ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਸਾਡੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਪਰ ਹੋਰ ਬਹੁਤ ਸਾਰੇ ਸੂਬਿਆਂ ਨੇ, ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ ਨੇ ਇਹ ਮੰਗ ਰੱਖੀ ਕਿ ਜੀਐਸਟੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਵਧਣਾ ਚਾਹੀਦਾ, ਔਰ ਸਮਾਂ ਹੋਰ ਦੇਣਾ ਚਾਹੀਦਾ ਸਟੇਟਾਂ ਨੂੰ, ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਸੋ ਇਹ ਮੰਗ ਜਿਹੜੀ ਆ ਉਹ ਸਾਡੇ ਫਾਈਨਾਂਸ ਮਿਨਿਸਟਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ, ਉਹਨਾਂ ਨੇ ਸਾਡੀ ਸੁਣੀ ਵੀ ਔਰ ਸੁਣ ਕੇ ਗਏ ਨੇ ਕਿ ਦੇਖਦੇ ਆ ਡਿਸੀਜਨ ਜਿਹੜਾ ਹੈਗਾ ਉਹ ਗਵਰਨਮੈਂਟ ਆਫ ਇੰਡੀਆ ਨੇ ਕਰਨਾ। ਅੱਛਾ ਚੀਮਾ ਸਾਹਿਬ, ਐਜ਼ ਕੰਪੇਅਰ ਟੂ ਅਦਰ ਡਿਪਾਰਟਮੈਂਟਸ, ਲੋਕਾਂ ਨੂੰ ਬਾਕੀ ਡਿਪਾਰਟਮੈਂਟ ਦੀਆਂ ਤਾਂ ਫਿਰ ਵੀ ਚੀਜ਼ਾਂ ਸੌਖੀਆਂ ਸਮਝ ਆ ਜਾਂਦੀਆਂ, ਪਰ ਫਾਈਨਾਂਸ ਨੂੰ ਸਮਝਣਾ ਬਹੁਤ ਔਖਾ ਹੈ। ਫਾਈਨਾਂਸ ਦੀਆਂ ਟਰਮਸ ਬੜੀਆਂ ਗੁੰਝਲਦਾਰ ਹੁੰਦੀਆਂ ਜੇ ਉਹਨਾਂ ਦੇ ਡੀਪਲੀ ਜਾਣਾ ਹੋਵੇ। ਤੁਸੀਂ 3-4 ਮਹੀਨਿਆਂ ਤੋਂ ਹੁਣ ਇਸ ਨੂੰ ਦੇਖ ਰਹੇ ਹੋ ਸਾਰਾ। ਆਮ ਤੌਰ ਤੇ ਇੱਕ ਚਰਚਾ ਪਿਛਲੀ ਸਰਕਾਰ 'ਚ ਚੱਲਦੀ ਰਹੀ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਸੀ, ਖਜ਼ਾਨਾ ਖਾਲੀ ਰਹਿ ਗਿਆ, ਖਜ਼ਾਨਾ ਖਾਲੀ ਹੈ। ਮਤਲਬ ਮੈਂ ਚਾਹੁੰਦਾ ਕਿ ਦੇਸੀ ਭਾਸ਼ਾ ਦੇ ਵਿੱਚ ਜਿਹੜੇ ਆਪਾਂ ਨੂੰ ਇਸ ਵੇਲੇ ਲੱਖਾਂ ਲੋਕ ਦੇਖ ਰਹੇ ਆ, ਉਹਨਾਂ ਨੂੰ ਸਮਝਾ ਸਕੀਏ ਵੀ ਅਸਲ 'ਚ ਖਜ਼ਾਨਾ ਭਰਦਾ ਕਿਵੇਂ ਹੈ। ਕੀ ਖਜ਼ਾਨਾ ਕੋਈ ਕਮਰਾ ਹੈ ਕਿ ਅੰਦਰ ਸੋਨੇ ਦੀਆਂ ਮੋਹਰਾਂ ਪਈਆਂ ਤੇ ਖਜ਼ਾਨਾ ਭਰ ਗਿਆ ਤੇ ਹੁਣ ਅਸੀਂ ਖਰਚ ਕੀਤਾ ਜਾਣਾ? ਬੇਸਿਕਲੀ ਆਈ ਚਲਾਈ ਹੈ, ਕਿਵੇਂ ਇਸ ਨੂੰ ਐਡਜਸਟ ਕੀਤਾ ਜਾਏਗਾ? ਬਿਲਕੁਲ, ਮੈਂ ਕਾਨੂੰਨ ਦਾ ਵਿਦਿਆਰਥੀ ਸੀ, ਕਾਨੂੰਨ ਦਾ ਵਿਦਿਆਰਥੀ ਹਾਂ। ਮੈਂ ਲਗਾਤਾਰ, ਕਿਉਂਕਿ ਵਕਾਲਤ ਕੀਤੀ ਹੈ, 20 ਸਾਲ ਵਕਾਲਤ ਕੀਤੀ ਹੈ, ਇਸ ਗੱਲ ਕਰਕੇ ਮੇਰਾ ਇਕਨੋਮਿਕਸ ਦੇ ਨਾਲ, ਮੇਰਾ ਆਰਥਿਕਤਾ ਦੇ ਨਾਲ ਕੋਈ ਵਾਸਤਾ ਨਹੀਂ ਸੀਗਾ। ਪਰ ਲੇਕਿਨ ਜਦੋਂ ਇਹ ਵੱਡੀ ਜ਼ਿੰਮੇਵਾਰੀ ਸਾਡੇ ਮਾਨਯੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਮੇਰੇ ਮੋਢਿਆਂ ਤੇ ਪਾਈ, ਔਰ ਉਸ ਤੋਂ ਬਾਅਦ ਲਗਾਤਾਰ ਬਜਟ ਬਣਾਉਣ ਤੋਂ ਪਹਿਲਾਂ ਮੈਂ ਜਨਤਾ ਵਿੱਚ ਜਾ ਕੇ, ਲੋਕਾਂ ਵਿੱਚ ਜਾ ਕੇ ਸੁਝਾਅ ਲਾਏ ਲੋਕਾਂ ਤੋਂ। ਮੰਡੀ ਗੋਬਿੰਦਗੜ੍ਹ ਗਿਆ, ਲੁਧਿਆਣੇ ਗਿਆ, ਅੰਮ੍ਰਿਤਸਰ ਗਿਆ, ਸੰਗਰੂਰ, ਬਠਿੰਡਾ, ਬਹੁਤ ਸ਼ਹਿਰਾਂ ਦੇ ਵਿੱਚ ਜਾ ਕੇ ਮੈਂ ਲੋਕਾਂ ਨਾਲ ਗੱਲ ਕੀਤੀ, ਔਰ ਲੋਕਾਂ ਤੋਂ ਵੱਡੇ ਸੁਝਾਅ ਜਿਹੜੇ ਸੀਗੇ ਉਹ ਬਜਟ ਦੇ ਸੰਬੰਧੀ ਪ੍ਰਾਪਤ ਕੀਤੇ। ਔਰ ਬਿਲਕੁਲ ਜਿਹੜੇ ਸਾਡੇ ਮਹਿਕਮੇ ਦੇ ਆਫੀਸਰ ਸਾਹਿਬਾਨ ਸੀ, ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕੀਤਾ, ਔਰ ਪਹਿਲੀ ਵਾਰ ਹੋਇਆਗਾ ਕਿ ਲਗਭਗ 20 ਸਾਲਾਂ ਬਾਅਦ ਐਕਸਾਈਜ਼ ਦੀ ਪਾਲਿਸੀ ਦੇ ਵਿੱਚ ਵੱਡੇ ਜਿਹੜੇ ਹੈਗੇ ਨੇ ਬਦਲਾਅ ਕੀਤੇ ਗਏ ਨੇਗੇ। ਇੱਕ ਰੈਵਨਿਊ ਜਿਹੜਾ ਹੈਗਾ ਵੱਡੀ ਜੰਪ ਉਹਦੇ 'ਚ ਕੀਤੀ ਗਈ ਆ। ਪਹਿਲਾਂ ਜਿਹੜਾ ਹੈਗਾ ਸੀ 6200 ਕਰੋੜ ਰੁਪਈਆ, ਲਗਭਗ 6200 6100 6000 ਕਰੋੜ ਰੁਪਈਆ ਜਿਹੜਾ ਸਾਡਾ ਰੈਵਨਿਊ ਹੈਡ ਸੀਗਾ ਐਕਸਾਈਜ਼ ਦਾ, ਉਹ ਚਾਹੁੰਦਾ ਸੀਗਾ। ਪਰ ਲੇਕਿਨ ਇਸ ਵਾਰ ਅਸੀਂ ਜਿਹੜਾ ਹੈਗਾ ਟਾਰਗੇਟ ਰੱਖਿਆ ਗਿਆ 9600 ਕਰੋੜ ਰੁਪਏ ਦਾ। 9600 ਕਰੋੜ ਰੁਪਏ ਦਾ ਟਾਰਗੇਟ ਰੱਖਿਆ ਗਿਆ, ਤਾਂ ਕਿ ਅਸੀਂ ਉਸ 96 ਕਰੋੜ ਨੂੰ ਜਿਹੜਾ ਕਿਵੇਂ ਅਚੀਵ ਕਰਨਾ, ਸਾਡੀਆਂ ਸਾਰੀਆਂ ਟੀਮਾਂ ਉਹਦੇ ਲਈ ਕੰਮ ਕਰਨੀਆਂ। ਇਸੇ ਤਰ੍ਹਾਂ ਜੀਐਸਟੀ ਆ, ਜੀਐਸਟੀ ਕੰਪਨਸੇਸ਼ਨ ਦੀ ਕੰਪਨਸੇਸ਼ਨ ਜੀਐਸਟੀ ਟੈਕਸ ਜਿਹੜਾ ਪੰਜਾਬ ਦਾ ਹੈਗਾ, ਉਹਦੇ ਵਿੱਚ ਅਸੀਂ ਕਿਵੇਂ ਇਜ਼ਾਫਾ ਕਰਨਾ, ਅਸੀਂ ਉਹਦੇ ਲਈ 27% ਲਗਭਗ ਟਾਰਗੇਟ ਰੱਖਿਆ ਗਿਆ ਕਿ 27% ਇੱਕ ਸਾਲ ਦੇ ਲਈ, ਯੈਸ 27% ਹੋਰ ਜੰਪ ਕਰਨਾਗਾ। ਕਿਉਂਕਿ ਅਸੀਂ ਟਾਰਗੇਟ ਆਪਣੇ ਮਿੱਥੇ ਨੇਗੇ ਕਿ ਜੇਕਰ ਅਸੀਂ ਉਹਨਾਂ ਟਾਰਗੇਟ ਨੂੰ ਰਿਸੀਵ ਕਰਾਂਗੇ, ਜਿੰਨੀਆਂ ਗਰੰਟੀਆਂ, ਜਿੰਨੇ ਵਾਅਦੇ ਅਸੀਂ ਪੰਜਾਬ ਦੇ ਲੋਕਾਂ ਨਾਲ ਕਰਕੇ ਆਵਾਂਗੇ, ਪੰਜਾਬ ਦੀ ਜਨਤਾ ਨਾਲ ਕੀਤੇ, ਉਹ 100% ਪੂਰੇ ਹੋਣਗੇ। ਮੇਰਾ ਕਹਿਣ ਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਖਜ਼ਾਨੇ ਦੀ, ਜੀ ਲੋਕ ਟੈਕਸ ਦਿੰਦੇ ਨੇਗੇ, ਲੋਕ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ, ਲੋਕ ਆਪਣੇ ਕਾਰੋਬਾਰ ਦੇ ਵਿੱਚੋਂ, ਚਾਹੇ ਵਪਾਰੀ ਨੇ, ਚਾਹੇ ਕੋਈ ਆਮ ਵਰਗ ਆ, ਚਾਹੇ ਕੋਈ, ਮੈਂ ਕਹਿੰਦਾ ਕੋਈ ਵੀ ਨਾਗਰਿਕ ਹੈ ਪੰਜਾਬ ਦਾ, ਹਰ ਇੱਕ ਵਿਅਕਤੀ ਜਿਹੜਾ ਹੈਗਾ ਟੈਕਸ ਦਿੰਦਾਗਾ। ਉਹ ਟੈਕਸ ਜਿਹੜਾ ਹੈਗਾ ਅਲਟੀਮੇਟਲੀ ਖਜ਼ਾਨੇ ਚ ਆਉਂਦਾਗਾ। ਫਿਰ ਉਸੇ ਟੈਕਸ ਦੇ ਵਿੱਚੋਂ ਅਸੀਂ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੰਦੇ ਆ, ਜੀ ਪੈਨਸ਼ਨਾਂ ਦਿੰਦੇ ਆ, ਪੈਨਸ਼ਨਾਂ ਹੋਰ ਭੱਤੇ ਦਿੰਦੇ ਆ, ਔਰ ਜਿਹੜਾ ਸਾਡੇ ਤੇ ਕਰਜ਼ਾ ਚੜਿਆਗਾ ਲਗਭਗ 2,63,000 ਕਰੋੜ ਰੁਪਏ ਕਿਸ਼ਤਾਂ ਜਾਂਦੀਆਂ, ਉਹਦੀ ਜਿਹੜਾ ਵਿਆਜ ਜਾਂਦਾਗਾ, ਉਹਦਾ ਪ੍ਰਿੰਸੀਪਲ ਅਮਾਉਂਟ ਜਾਂਦਾਗਾ, ਉਸੇ ਸਾਰਾ ਉੱਚ ਜਾਂਦਾਗਾ। ਪਰ ਲੇਕਿਨ ਅਸੀਂ, ਮੈਂ ਤੁਹਾਨੂੰ ਦੱਸ ਦਿਆਂ ਕਿ ਪਿੱਛੇ ਵਿਧਾਨ ਸਭਾ 'ਚ ਵੀ ਬਹੁਤ ਵੱਡਾ ਸਵਾਲ ਸਾਡੇ ਤੇ ਖੜਾ ਹੋਇਆ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਦਨ 3 ਮੰਥ 10,000 ਕਰੋੜ ਦਾ ਕਰਜ਼ਾ ਲੈ ਰਿਹਾ। ਇਹ ਸਵਾਲ ਤੁਹਾਡੇ ਕੋਲੇ ਵੀ ਆਇਆ ਹੋਣਾ, ਬਿਲਕੁਲ ਮੀਡੀਆ ਤੇ ਬਹੁਤ ਚੱਲਦਾ, ਚਰਚਾ ਸੀ ਸੋਸ਼ਲ ਮੀਡੀਆ ਤੇ। ਮੈਂ ਸਪਸ਼ਟ ਕਰ ਦਾਂਗਾ ਕਿ ਸਿਰਫ ਅਸੀਂ 8,000 ਕਰੋੜ ਦਾ ਕਰਜ਼ਾ ਲਿਆ,
ਔਰ 10,500 ਕਰੋੜ ਰੁਪਏ ਦੀ ਡੈਟ ਸਰਵਿਸ ਕੀਤੀ। ਜਿਹੜਾ ਪੁਰਾਣਾ ਲਿਆ ਗਿਆ ਕਰਜ਼ਾ ਸੀ ਉੱਪਰ ਹੈ। ਉਹਦੀਆਂ ਕਿਸ਼ਤਾਂ ਮੋੜੀਆਂ, ਉਹਦਾ ਵਿਆਜ ਮੋੜਿਆ, ਯਾਨੀ ਕਿ ਅਸੀਂ 2500 ਕਰੋੜ ਰੁਪਇਆ ਵਿਦਨ 3 ਮੰਥ ਐਕਸਟਰਾ ਜਿਹੜਾ ਹੈਗਾ ਉਹ ਪੇ ਕੀਤਾ। ਇਹਦੇ ਨਾਲ ਦੀ ਨਾਲ ਇੱਕ ਕੰਸੋਲੀਡੇਟਿੰਗ ਫੰਡ ਹੁੰਦਾਗਾ, ਸਿੰਕਿੰਗ ਫੰਡ, ਕੰਸੋਲੀਡੇਟ ਸਿੰਕਿੰਗ ਫੰਡ ਹੈਗਾ। ਉਹਦੇ ਵਿੱਚ ਪਿਛਲੇ 21 ਸਾਲਾਂ ਦੇ ਦੌਰਾਨ ਸਿਰਫ 3000 ਕਰੋੜ ਰੁਪਇਆ ਜਮ੍ਹਾਂ ਕੀਤਾ ਗਿਆ ਸੀ। ਸਾਡੀ ਸਰਕਾਰ ਨੇ, ਮਾਨ ਸਾਹਿਬ ਦੀ ਸਰਕਾਰ ਨੇ ਵਿਦਨ 3 ਮੰਥ ਜਿਹੜਾ ਹੈਗਾ ਉਹਦੇ ਵਿੱਚ 1000 ਕਰੋੜ ਰੁਪਇਆ ਹੋਰ ਜਮ੍ਹਾਂ ਕਰਾਤਾ। ਸਾਡੇ ਇਹਦਾ ਮਤਲਬ 3500 ਕਰੋੜ ਰੁਪਇਆ ਅਸੀਂ ਐਕਸਟਰਾ ਜਿਹੜਾ ਹੈਗਾ ਮੋੜਿਆ। ਮੈਂ ਮੋੜਿਆ, ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਔਰ ਇਸੇ ਤਰ੍ਹਾਂ ਅਸੀਂ ਕਿਸਾਨਾਂ ਨੂੰ ਸਬਸਿਡੀ ਦਿੱਤੀ। ਅਸੀਂ ਸਾਡਾ ਜਿਹੜਾ ਐਗਰੀਕਲਚਰ ਡਿਵੈਲਪਮੈਂਟ ਬੈਂਕ ਹੈ ਕਾਰਪੋਰੇਸ਼ਨ ਦਾ, ਉਹਨੂੰ ਅਸੀਂ 688 ਕਰੋੜ ਰੁਪਏ ਦੇ ਕੇ ਬੇਲ ਆਊਟ ਕੀਤਾ। ਪੰਸਬ ਨੂੰ ਅਸੀਂ ਬੇਲ ਆਊਟ ਕੀਤਾ। ਮੁਲਾਜ਼ਮਾਂ ਜਿਹੜੇ ਮੁਲਾਜ਼ਮਾਂ ਦੇ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤੇ ਸੀ। ਮਤਲਬ ਮੇਰਾ ਕਹਿਣ ਦਾ ਵਿਦਨ 3 ਮੰਥ ਅਸੀਂ ਇਕਨੋਮੀ ਨੂੰ ਲੀਹਾਂ ਤੇ ਲੈ ਕੇ ਜਾ ਰਹੇ ਹਾਂ। 12200 ਸਮਥਿੰਗ ਜਿਹੜਾ ਹੈ ਰੈਵਨਿਊ ਡੈਫਿਸਿਟ ਸ਼ੋ ਕੀਤਾ ਆਪਣੇ ਬਜਟ ਦੇ ਵਿੱਚ 12200 ਕਰੋੜ ਦਾ। ਤੁਸੀਂ ਉਹ ਜਿੰਨਾ ਕਿਸ਼ਤਾਂ ਦਾ ਜ਼ਿਕਰ ਕਰ ਰਹੇ ਹੋ, ਕਰਜ਼ਾ ਭਰ ਰਹੇ ਹੋ, ਇਸ ਦੇ ਵਿੱਚ 12200 ਕਰੋੜ ਰੁਪਇਆ ਕਿਵੇਂ ਇੱਕ ਸਾਲ ਦੇ ਵਿੱਚ ਤੁਸੀਂ ਉਸ ਨੂੰ ਮੈਨੇਜ ਕਰੋਗੇ ਜਿਹੜਾ ਰੈਵਨਿਊ ਡੈਫਿਸਿਟ ਹੈ? ਦੇਖੋ, ਇਮਾਨਦਾਰੀ ਦੀ ਲੋੜ ਆ। ਇਮਾਨਦਾਰੀ ਨਾਲ ਤੁਸੀਂ ਕੰਮ ਕਰੋਗੇ ਤਾਂ ਮੈਂ ਸਮਝਦਾ ਤੁਹਾਡੇ ਜਿਹੜੇ ਤੁਸੀਂ ਫਾਸਲੇ ਮਿੱਥੇ ਨੇਗੇ ਉਹ ਅੱਧੇ ਤੁਸੀਂ ਉਦੋਂ ਹੀ ਕਵਰ ਕਰ ਲੈਣੇ, ਤੁਸੀਂ ਇਮਾਨਦਾਰੀ ਨਾਲ ਚੱਲਦੇ ਹੋ। ਇਮਾਨਦਾਰ ਸਰਕਾਰ ਆਈ ਹੈਗੀ। ਮਾਨ ਸਾਹਿਬ ਦਾ ਬਿਲਕੁਲ ਕਲੀਅਰ ਕੱਟ ਮੈਂਡੇਟ ਆ ਕਿ ਕਿਤੇ ਵੀ ਇੱਕ ਪੈਸਾ ਵੀ ਅਜਾਈਂ ਖਰਚ ਨਹੀਂ ਕਰਨਾ, ਪੈਸਾ ਖਰਾਬ ਨਹੀਂ ਹੋਣਾ ਚਾਹੀਦਾ। ਜਿੱਥੇ ਵੀ ਡਿਵੈਲਪਮੈਂਟ ਦੇ ਕੰਮ ਨੇਗੇ ਉਹਨਾਂ ਵਿੱਚੋਂ ਵੀ ਪੈਸਾ ਕਿਵੇਂ ਬਚਾਉਣਾਗਾ। ਦੇਖੋ, ਕਈ ਵਾਰ ਕੀ ਹੁੰਦਾ ਹੈਗਾ, ਅਸੀਂ ਠੇਕਾ ਦੇ ਦਿੰਦੇ ਆ। ਠੇਕਾ ਅਸੀਂ ਕਿਸੇ ਕੰਮ ਦਾ ਕੰਟਰੈਕਟ ਕੀਤਾ ਕਿ ਜੀ 2000 ਕਰੋੜ ਰੁਪਏ ਲੱਗਣਾ ਉਹ 'ਚ 1500 ਕਰੋੜ ਰੁਪਇਆ ਹੁੰਦਾਗਾ। ਸੋ ਅਸੀਂ ਬਿਲਕੁਲ ਮਿਨੀਮਾਈਜ਼ ਕਰ ਰਹੇ ਹਾਂਗੇ। ਔਰ ਕਰਪਸ਼ਨ ਦੇ ਅਗੇਂਸਟ ਸਾਡੀ ਮਿਹਨਤ ਦਾ ਪਤਾ ਹੈ। ਹਾਂਜੀ, ਹਿੱਸੇ ਘਟਾ ਦਿਓਗੇ। ਉਹ ਜਿਹੜੇ ਹਿੱਸੇ ਸੀ ਉਹਨਾਂ ਦੇ ਹਿੱਸੇ, ਜਿਹੜੇ ਲੋਕ ਪੁਰਾਣੇ ਲੋਕ ਸੀਗੇ, ਉਹ ਜਿਹੜੇ ਹਿੱਸਾ ਪੱਤੀ ਲੈਂਦੇ ਸੀਗੇ ਉਹ ਪੰਜਾਬ 'ਚੋਂ ਬੰਦ ਹੋ ਚੁੱਕੀ ਆ, ਖਤਮ ਹੋ ਚੁੱਕੀ ਆ। ਔਰ ਮਾਨ ਸਾਹਿਬ ਦਾ ਬੜਾ ਕਲੀਅਰ ਮੈਂਡੇਟ ਆ ਕਿ ਲੋਕਾਂ ਨੂੰ ਇੱਕੋ ਹੀ ਗੱਲ ਕਹਿਣੀ ਆ ਕਿ 1% ਵੀ ਜਿਹੜਾ ਹੈਗਾ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿਤੇ ਵੀ। ਸਾਡੇ ਵੀ ਮਿਨਿਸਟਰ ਸਾਹਿਬਾਨ ਦਾ ਆਇਆ ਸੀਗਾ ਕਿ ਉਹਨਾਂ ਨੇ 1% ਕਰਪਸ਼ਨ ਦੀ ਕਿਤੇ ਗੱਲ ਕੀਤੀ ਸੀਗੀ। ਅੱਜ ਉਹ ਸਲਾਖਾਂ ਦੇ ਪਿੱਛੇ ਨੇਗੇ। ਹੁਣ ਸਾਬਕਾ ਮਿਨਿਸਟਰ ਜਿਨ੍ਹਾਂ ਨੇ ਕਰਪਸ਼ਨ ਕੀਤੀ ਉਹ ਜਾ ਰਹੇ ਨੇਗੇ, ਔਰ ਜਿਹੜੇ ਬਿਊਰੋਕਰੇਟ ਹੋਣਗੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਉਹ ਸਲਾਖਾਂ ਦੇ ਪਿੱਛੇ ਜਾਣਗੇ। ਮੇਰਾ ਕਹਿਣ ਦਾ ਭਾਵ ਆ ਕਿ ਪੰਜਾਬ ਦੀ ਇਕਨੋਮੀ ਨੂੰ ਪੈਰਾਂ ਸਿਰ ਕਰਨ ਦੇ ਲਈ ਸਾਨੂੰ ਸਿਰ ਤੋੜ ਯਤਨ ਕਰਨੇ ਪੈਣਗੇ। ਉਹ ਯਤਨ ਕਰ ਰਹੇ ਹਾਂਗੇ। ਔਰ ਲੋਕ, ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਇੱਕ ਪੈਸਾ ਜਿਹੜਾ ਟੈਕਸ ਦਾ ਬਣਦਾਗਾ ਉਹ ਖਜ਼ਾਨੇ 'ਚ ਦੇ ਰਹੇ ਨੇਗੇ। ਪਰ ਲੇਕਿਨ ਜਿਹੜੀ ਖਜ਼ਾਨੇ ਦੀ ਬੇਫਜ਼ੂਲੀ ਲੁੱਟ ਹੁੰਦੀ ਸੀ ਜਾਂ ਬੇਫਜ਼ੂਲੇ ਖਰਚੇ ਹੁੰਦੇ ਸੀਗੇ ਉਹ ਬਿਲਕੁਲ ਰੋਕ ਦਿੱਤੇ ਗਏ ਨੇਗੇ। ਸੋ ਮੈਂ ਸਮਝਦਾ ਇਸ ਸਮੇਂ ਪੰਜਾਬ ਦੀ ਜਿਹੜੀ ਆਰਥਿਕਤਾ ਉਹਦੀ ਜਿਹੜੀ ਗੱਡੀ ਲੀਹ ਤੋਂ ਉਤਰੀ ਹੋਈ ਸੀਗੀ ਉਹ ਪਟੜੀ ਤੇ ਚੜ੍ਹ ਚੁੱਕੀ ਆ। ਔਰ ਮੈਂ ਸਮਝਦਾ ਬੜੀ ਜਲਦੀ ਤੁਸੀਂ ਦੇਖੋਗੇ ਕਿ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਸਹੀ ਦਿਸ਼ਾ ਵੱਲ ਚੱਲ ਰਹੀ ਹੈ। ਜੀ, ਮੈਂ ਇੱਕ ਅਗਲੇ ਸਵਾਲ ਤੇ ਵਧਾਂ। ਮੈਂ ਕਰਜ਼ੇ ਦੇ ਨਾਲ ਜੁੜਿਆ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ। ਤੁਸੀਂ ਕੈਲਕੂਲੇਸ਼ਨ ਸਮਝਾਈ ਕਿ 2500 ਕਰੋੜ ਇੱਕ ਤੇ 1000 ਕਰੋੜ ਇੱਕ 3 ਮਹੀਨਿਆਂ ਦੇ ਵਿੱਚ ਕਰੀਬ 3500 ਕਰੋੜ ਹੋ ਗਿਆ। ਤੇ ਜੇ ਮੈਂ ਇसी ਨੂੰ ਅੱਗੇ ਫਰਦਰ ਕਹਾਂ ਕਿ ਤੁਸੀਂ ਇੰਨੇ ਹੀ ਖਜ਼ਾਨੇ ਦੇ ਵਿੱਚੋਂ ਮੋੜਦੇ ਰਹੇ ਆਪਣੇ ਕਰਜ਼ੇ ਵਾਲੇ ਪਾਸੇ, ਤਾਂ 6 ਮਹੀਨੇ 'ਚ 7000 ਕਰੋੜ, 1 ਸਾਲ ਦੇ ਵਿੱਚ 14000 ਕਰੋੜ, 5 ਸਾਲ ਦੇ ਵਿੱਚ 70000 ਕਰੋੜ, ਔਰ ਖਜ਼ਾਨੇ ਦੇ ਉੱਪਰ ਬੋਝ ਇਸ ਸਮੇਂ ਕਰੀਬ 3 ਲੱਖ ਕਰੋੜ। ਤਾਂ ਕੀ ਕਰਜ਼ਾ ਮੁਕਤ ਪੰਜਾਬ ਕੋਈ ਸੁਪਨਾ ਹੈ? ਸੁਪਨਾ ਹੀ ਤਾਂ ਨਹੀਂ ਹੈ। ਤੇ ਮੈਂ ਦੂਜਾ ਪੁਆਇੰਟ ਇਹ ਵੀ, ਬਿਨਾਂ ਸੈਂਟਰ ਦੀ ਮਦਦ ਦੇ ਨਾਲ ਕੀ ਪੰਜਾਬ ਆਪਣੇ ਦਮ ਤੇ ਕਰਜ਼ਾ ਮੁਕਤ ਹੋ ਸਕਦਾ ਹੈ? ਖਜ਼ਾਨਾ ਮੰਤਰੀ ਇਹ ਸੋਚਦੇ ਨੇ? ਦੇਖੋ, ਜਿਹੜਾ ਕਰਜ਼ਾ ਪੰਜਾਬ ਤੇ ਚੜਿਆ ਗਿਆ, ਕੋਈ ਇਹ ਤਾਂ ਹੈ ਨਹੀਂ ਕਿ ਉਹ ਥੋੜੀ ਜਲਦੀ ਉਤਰ ਜਾਊਗਾ। ਬੜੇ ਲੰਬੇ ਅਰਸੇ ਦੌਰਾਨ ਬਹੁਤ ਵੱਡਾ ਕਰਜ਼ਾ ਗਾ। ਜਿੰਨਾ ਸਾਡਾ ਬਜਟ ਆ ਉਹ ਤੋਂ ਕਿਤੇ ਜ਼ਿਆਦਾ ਕਰਜ਼ਾ ਗਾ। 2,63,000 ਕਰੋੜ ਦਾ ਕਰਜ਼ਾ ਗਵਰਨਮੈਂਟ ਆਫ ਪੰਜਾਬ ਨੇ ਦੇਣਾ ਗਾ। 55,000 ਕਰੋੜ ਦਾ ਕਰਜ਼ਾ ਸਾਡੀਆਂ ਜਿਹੜੀਆਂ ਕਾਰਪੋਰੇਸ਼ਨਸ ਨੇ ਕੀਆਂ ਉਹਨਾਂ ਨੇ ਦੇਣਾ ਗਾ। ਔਰ ਲਗਭਗ 22,250 ਕਰੋੜ ਰੁਪਏ ਅਸੀਂ ਔਨ ਕੀਤੇ ਹੋਏ ਨੇਗੇ। ਜਿਹੜੀਆਂ ਕਾਰਪੋਰੇਸ਼ਨਾਂ ਨੇ ਕਰਜ਼ਾ ਲਿਆ ਉਹ ਅਸੀਂ ਵੀ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮੋੜਾਂਗੇ। ਸੋ ਬਹੁਤ ਵੱਡਾ ਕਰਜ਼ਾ ਗਾ। ਪਰ ਲੇਕਿਨ ਅਸੀਂ ਇਸ ਗੱਲ ਦਾ ਅਸੀਂ ਕਰਜ਼ਾ ਨਹੀਂ ਵਧਾਵਾਂਗੇ। ਪੰਜਾਬ ਤੇ ਜਿੰਨਾ ਕਰਜ਼ਾ ਗਾ ਨਹੀਂ ਵਧਾਵਾਂਗੇ, ਉਹਨੂੰ ਘਟਾਉਣ ਦਾ 100% ਯਤਨ ਕਰਾਂਗੇ। ਔਰ ਘਟਾਉਣ ਦੇ ਵੱਲ ਅਸੀਂ ਰਾਈਟ ਡਾਇਰੈਕਸ਼ਨ ਦੇ ਵੱਲ ਬਿਲਕੁਲ ਆਪਣੇ ਜਿਹੜੇ ਹੈਗੇ ਨੇ ਕਦਮ ਪੁੱਟੇ ਨੇਗੇ। ਬਿਲਕੁਲ ਘਟਾਉਣ ਦਾ ਯਤਨ ਕਰਾਂਗੇ। ਵਧਿਆ ਕਿਉਂ ਕਰਜ਼ਾ? ਦੇਖੋ, ਵਧਿਆ ਪਿਛਲੇ ਸਮੇਂ ਦੌਰਾਨ ਲਗਭਗ 15-20 ਸਾਲਾਂ ਦੌਰਾਨ ਬੜੀ ਬੇਰਹਿਮੀ ਦੇ ਨਾਲ, ਬੜੇ ਮੈਂ ਸਮਝਦਾ ਮਾੜੇ ਤਰੀਕੇ ਦੇ ਨਾਲ ਪੰਜਾਬ ਦੀ ਆਰਥਿਕਤਾ ਤੇ ਸੱਟ ਮਾਰੀ ਗਈ। ਔਰ ਇੱਕ ਮਾਫੀਏ ਕੰਮ ਕਰ ਰਹੇ ਸੀ ਪੰਜਾਬ ਵਿੱਚ, ਵੱਡੇ ਮਾਫੀਏ ਸੀਗੇ। ਜੇ ਮੈਂ ਗੱਲ ਕਰਾਂ ਰੇਤ ਦੇ ਮਾਫੀਏ ਦੀ, ਲੈਂਡ ਦੇ ਮਾਫੀਏ ਦੀ, ਟਰਾਂਸਪੋਰਟ ਦੇ ਮਾਫੀਏ ਦੀ, ਇਹ ਸਾਰੇ ਮਾਫੀਏ ਪੰਜਾਬ ਚੱਲ ਰਹੇ ਸੀ। ਜਿਹੜਾ ਰੈਵਨਿਊ
ਜਿਹੜਾ ਰੈਵਨਿਊ ਸਰਕਾਰ ਦੇ ਖਜ਼ਾਨੇ ਚ ਆਉਣਾ ਚਾਹੀਦਾ ਸੀਗਾ, ਜਿਹੜਾ ਲੋਕ ਰੈਵਨਿਊ ਪੇ ਕਰ ਰਹੇ ਸੀਗੇ ਪੰਜਾਬ ਦੇ ਲੋਕ, ਉਹ ਪੈਸਾ ਜਿਹੜਾ ਸੀਗਾ ਉਹ ਪ੍ਰਾਈਵੇਟ ਪਲੇਅਰ ਦੇ ਹੱਥ 'ਚ, ਲੋਕਾਂ ਦੇ ਹੱਥ 'ਚ, ਪੋਲੀਟੀਸ਼ੀਅਨ ਦੇ ਹੱਥ 'ਚ, ਬਿਊਰੋਕਰੇਟ ਦੇ ਹੱਥ ਦੇ ਵਿੱਚ ਜਾਂਦਾ ਰਿਹਾ ਔਰ ਅੱਜ ਹਾਲਾਤ ਇਹ ਬਣ ਗਏ। ਉਧਰੋਂ ਕਰਜ਼ਾ ਚੜਦਾ ਰਿਹਾ, ਜਿਹੜੇ ਪੈਸੇ ਮੈਂ ਬਾਰ-ਬਾਰ ਕਹਿੰਦਾ ਕਿ ਇਮਾਨਦਾਰੀ ਦੇ ਨਾਲ ਖਜ਼ਾਨੇ ਚ ਆਉਂਦੇ ਰਹੇ ਉਹ ਰਾਹ ਦੇ ਵਿੱਚ ਹੀ ਲੁੱਟੇ ਜਾਂਦੇ ਰਹੇ। ਸੋ ਲੁੱਟ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਆ, ਰੈਵਨਿਊ ਵੱਧ ਰਿਹਾ। ਤੇ ਮੈਂ ਦੁਬਾਰਾ ਰਿਪੀਟ ਕਰਾਂ ਕਿ ਅਸੀਂ ਜਿਹੜਾ 6200 ਕਰੋੜ ਰੁਪਈਆ ਐਕਸਾਈਜ਼ ਚੋਂ ਆਉਂਦਾ ਸੀਗਾ ਜੀ, ਉਹਦੀ ਵਧਾ ਕੇ ਟਾਰਗੇਟ ਅਸੀਂ ਫਿਕਸ ਕੀਤਾ 9600 ਕਰੋੜ ਰੁਪਈਆ, ਲਗਭਗ 3400 ਕਰੋੜ ਰੁਪਈਆ, 3400 ਕਰੋੜ ਰੁਪਏ ਦਾ ਅਸੀਂ ਜੰਪ ਕਰਨ ਦੀ ਗੱਲ ਕਰਦੇ ਹਾਂ ਕਿ ਅਸੀਂ ਵਿਦਨ ਜਿਹੜਾ ਇਸ ਸਾਲ ਕਰਾਂਗੇ। ਤੇ ਇਟ ਮੀਨ ਜਿਹੜਾ ਹੈਗਾ ਸਾਡੇ ਇਰਾਦੇ ਤੁਸੀਂ ਨੇਕ ਇੱਕ ਨੇ ਹੋਰ ਵੀ ਦਾਅਵਾ ਇਸੇ ਤਰ੍ਹਾਂ ਮੈਂ ਜੀਐਸਟੀ ਕਲੈਕਸ਼ਨ ਦੀ ਗੱਲ ਕਰਦਾ। ਸੋ ਉਹਦੇ 'ਚ ਅਸੀਂ ਟਾਰਗੇਟ ਫਿਕਸ ਕੀਤਾ ਕਿ 27% ਦੀ ਕਲੈਕਸ਼ਨ ਵਧਾਵਾਂਗੇ। ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ ਪੰਜਾਬ ਦੇ ਕਿਸੇ ਵਰਗ ਦੇ ਉੱਤੇ, ਕੋਈ ਨਵਾਂ ਟੈਕਸ ਨਹੀਂ ਲਾਇਆ ਹੈਗਾ। ਨਹੀਂ, ਸਰਕਾਰਾਂ ਜਦੋਂ ਆਉਂਦੀਆਂ ਨੇ ਤੁਸੀਂ 20000 ਕਰੋੜ ਦਾ ਦਾਅਵਾ ਕੀਤਾ ਚੀਮਾ ਸਾਹਿਬ ਮਾਈਨਿੰਗ ਚੋਂ ਆਉਣ ਦਾ। 20000 ਕਰੋੜ ਪੋਸੀਬਲ ਹੈ? ਤੁਹਾਡੇ ਵਿਰੋਧੀ ਕਹਿੰਦੇ ਆ ਕਿ ਅਸੀਂ ਤਾਂ ਸਿਆਸਤ ਛੱਡ ਜਾਾਂਗੇ ਜਾਂ ਅਸੀਂ ਵਿਧਾਨ ਸਭਾ ਆਉਣਾ ਛੱਡ ਜਾਾਂਗੇ ਜੇ 20000 ਕਰੋੜ ਮਾਈਨਿੰਗ ਚੋਂ ਆ ਜੇ ਸਾਲ ਦਾ। ਦੇਖੋ, ਸਾਡੀ ਮਾਈਨਿੰਗ ਦੀ ਜਿਹੜੀ ਪਾਲਿਸੀ ਆ ਉਹ ਪਾਈਪਲਾਈਨ ਦੇ ਵਿੱਚ ਆ। ਮਾਈਨਿੰਗ ਦੀ ਪਾਲਿਸੀ ਜਿਹੜੀ ਆ ਉਹ ਬਣ ਰਹੀ ਹੈਗੀ। ਜਦੋਂ ਮਾਈਨਿੰਗ ਦੀ ਪਾਲਿਸੀ ਆਊਗੀ ਬਿਲਕੁਲ ਕੀ ਕੁਝ ਹੋਇਆ ਪੰਜਾਬ ਦੇ ਨਾਲ, ਕਿਸ ਤਰ੍ਹਾਂ ਸਾਡੇ ਤੁਹਾਡੇ ਸਾਹਮਣੇ ਸਾਡੇ ਮਾਨਯੋਗ ਮਿਨਿਸਟਰ ਹਰਜੋਤ ਬੈਂਸ ਜੀ ਨੇ ਵਿਧਾਨ ਸਭਾ 'ਚ ਦੱਸਿਆ ਸੀਗਾ ਕਿ ਜਿਹੜੇ ਜੰਗਲ ਪ੍ਰੋਟੈਕਟ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਮਾਈਨਿੰਗ ਤਾਂ ਕੀ ਕੋਈ ਵੜ ਵੀ ਨਹੀਂ ਸਕਦਾ ਸੀਗਾ, ਉਹਨਾਂ ਜੰਗਲਾਂ ਦੇ ਵਿੱਚ ਜਾ ਕੇ ਮਾਈਨਿੰਗ ਕੀਤੀ ਗਈ। ਜਿਹੜੇ ਗਵਰਨਮੈਂਟ ਆਫ ਇੰਡੀਆ ਜਿਨ੍ਹਾਂ ਨੂੰ ਮਨਾ ਕਰਦੀ ਆ, ਸਾਡੇ ਜਿੰਨੀਆਂ ਐਨਵਾਇਰਨਮੈਂਟਲ ਜਿਹੜੀਆਂ ਇੰਸਟੀਟਿਊਸ਼ਨਸ ਨੇਗੀਆਂ ਉਹ ਮਨਾ ਕਰਦੀਆਂ ਨੇ, ਉੱਥੇ ਜਾ ਕੇ ਉਹ ਜੰਗਲ ਵੀ ਪੱਟ ਲਿਆ ਪੈਸਿਆਂ ਦੀ ਖਾਤਰ। ਹੁਣ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਮੈਂ ਸਮਝਦਾਗਾ ਕਿ ਬਿਲਕੁਲ ਜਦੋਂ ਪਾਲਿਸੀ ਆਊਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਰੱਖਾਂਗੇ। ਤੁਸੀਂ ਸਮਝਦੇ ਹੋ ਵੀ 20000 ਕਰੋੜ ਆਏਗਾ? ਤੁਸੀਂ ਦਾਅਵਾ ਕਰਦੇ ਹੋ ਵੀ 20000 ਕਰੋੜ ਆਏਗਾ? ਮੈਂ ਕਹਿੰਦਾ 20000 ਨਹੀਂ ਵੀ ਆਊਗਾ, ਤੁਸੀਂ ਕਹਿੰਦੇ ਹੋਗੇ ਜਾਂ ਵਿਰੋਧੀ ਕਹਿੰਦੇ ਨੇ, ਪਰ ਲੇਕਿਨ ਉਸ ਪਾਲਿਸੀ ਜਦੋਂ ਆਊਗੀ ਉਸ ਸਮੇਂ ਹੋਊਗਾ ਕਿ 20000 ਆਊਗਾ, 25000 ਆਊਗਾ, ਕਿੰਨਾ ਪੈਸਾ ਆਉਣਾਗਾ ਇਹ ਪਾਲਿਸੀ ਆਉਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਰੱਖੀ। ਪਰ ਲੇਕਿਨ ਜਿਹੜੀ ਪਾਲਿਸੀ ਮੈਂ ਬਣਾਉਣੀ ਸੀਗੀ, ਜੋ ਐਕਸਾਈਜ਼ ਦੀ ਪਾਲਿਸੀ ਮੈਂ ਬਣਾਈ ਆ, ਮੈਂ ਉਹਦੇ ਵਿੱਚ ਜਿਹੜਾ ਜੰਪ ਕੀਤਾਗਾ ਔਰ ਲਗਭਗ 3400 ਕਰੋੜ ਰੁਪਏ ਦਾ ਇਜ਼ਾਫਾ ਕੀਤਾਗਾ ਔਰ ਜੀਐਸਟੀ ਦੀ ਰੈਵਨਿਊ ਕਲੈਕਸ਼ਨ ਦੇ ਵਿੱਚ 27% ਦਾ ਕੀਤਾਗਾ। ਔਰ ਇਸੇ ਤਰ੍ਹਾਂ ਹੋਰ ਜਿਹੜੇ ਸਟੈਂਪਸ ਦੇ ਗੱਲ ਆ ਜਾਂ ਜਿਹੜੇ ਟਰਾਂਸਪੋਰਟ ਤੋਂ ਕਿੰਨੇ ਪੈਸੇ ਆਉਣ, ਸਾਰੇ ਮੈਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਤਾਂ ਕਿ ਜਿੰਨੀਆਂ ਗਰੰਟੀਆਂ ਮੈਂ ਫਿਰ ਦੁਹਰਾ ਰਿਹਾ, ਜਿੰਨੀਆਂ ਗਰੰਟੀਆਂ ਸਾਡੇ ਮਾਨਯੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ, ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ, ਉਹ 100% ਅਸੀਂ ਪੂਰੀਆਂ ਕਰਾਂਗੇ। ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿਉਂਕਿ ਜਦੋਂ ਇਲੈਕਸ਼ਨ ਸੀ ਤਾਂ ਉਸ ਸਮੇਂ ਬਹੁਤ ਚਰਚਾ ਸੀਗੀ ਕਿ ਦਿੱਲੀ ਸਰਕਾਰ ਨੇ ਇੱਕ ਪੁਲ ਬਣਾਉਣ ਦੇ ਲਈ 300 ਕਰੋੜ ਰੁਪਏ ਦਾ ਸੈਂਕਸ਼ਨ ਕੀਤਾ ਤੇ ਉਸ ਤੋਂ ਬਾਅਦ ਪੁਲ ਬਣ ਗਿਆ 150 ਕਰੋੜ ਦਾ ਜਾਂ 200 ਕਰੋੜ ਦਾ, ਤਾਂ 100 ਕਰੋੜ ਬਚਾ ਲਿਆ। ਇਹ ਆਮ ਆਦਮੀ ਪਾਰਟੀ ਦਾਅਵਾ ਕਰਦੀ ਸੀ ਕਿ ਦੇਸ਼ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਅਜਿਹਾ ਕਦੇ ਨਹੀਂ ਹੋਇਆ। ਤੁਸੀਂ ਵੀ ਕਿਸੇ ਡਿਪਾਰਟਮੈਂਟ ਨੂੰ ਇਸ ਤਰੀਕੇ ਨਾਲ ਕਿਹਾ ਕਿ ਮੈਂ ਤੁਹਾਡੇ ਲਈ 300 ਕਰੋੜ ਜਾਂ 500 ਕਰੋੜ ਸੈਂਕਸ਼ਨ ਤਾਂ ਕਰ ਦਿੱਤਾ ਪਰ ਤੁਸੀਂ ਖਰਚ 350 ਹੀ ਕਰਨੇ ਨੇ, ਕਿ ਮੈਂ ਐਸਟੀਮੇਟ ਕਰਵਾ ਲਿਆ 400 ਚ ਬਣਦੇ ਸੀ, ਤੁਸੀਂ 500 ਮੰਗ ਰਹੇ ਸੀ, ਮੈਂ 500 ਦੇਤੇ ਪਰ 100 ਕਰੋੜ ਮੋੜ ਦਿਓ। ਕਿ ਪੰਜਾਬ 'ਚ ਵੀ ਐਵੇਂ ਹੋਏਗਾ ਕਿ ਕੋਈ ਪੁਲ ਬਣੇ ਜਾਂ ਕੋਈ ਫੈਕਟਰੀ ਜਾਂ ਕੋਈ ਜਿਹੜੀ ਰੋਜ਼ਗਾਰ ਦੇ ਕੋਈ ਸਾਧਨ ਬਣਨ ਕਿ ਐਸਟੀਮੇਟ ਤੋਂ ਹੇਠਾਂ ਰਹਿ ਜਾਵੇ ਕੰਮ? ਕਦੇ ਹੈ ਇਹ ਹੋ ਸਕਦਾ ਜੀ ਪੰਜਾਬ ਦੇ ਵਿੱਚ ਵੀ? ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਐਸਟੀਮੇਟ ਕੀਤੇ ਜਾਂਦੇ ਸੀ, ਜਿਹੜੇ ਪੁਰਾਣੇ ਐਸਟੀਮੇਟ ਕੀਤੇ ਹੋਏ ਸੀ, ਜਿਹੜੇ ਪੁਰਾਣੀ ਸਰਕਾਰ ਨੇ ਐਸਟੀਮੇਟ ਕੀਤੇ ਹੋਏ ਸੀ, ਲੋੜ ਤੋਂ ਵੱਧ ਪੈਸਾ ਰੱਖਿਆ ਹੋਇਆ ਸੀਗਾ ਕਿ ਕਿਸੇ ਪੁਲ ਦੇ ਉੱਤੇ ਐਕਚੁਅਲ ਦੀ ਕਾਸਟ 200 ਕਰੋੜ ਆਉਣੀ ਸੀਗੀ, ਸਰਕਾਰ ਨੇ 300 ਕਰੋੜ ਰੱਖਤੀ। ਦਿੱਲੀ ਦੀ ਪੁਰਾਣੀ ਸਰਕਾਰ ਨੇ ਉਹ ਆ ਕੇ ਸਾਰੇ ਟਾਰਗੇਟ ਦੁਬਾਰਾ ਰੀਫਿਕਸ ਕੀਤੇ ਗਏ ਔਰ ਘੱਟ ਪੈਸਿਆਂ 'ਚ ਕੰਮ ਕਰਵਾਇਆ ਗਿਆ। ਅਸੀਂ ਤਾਂ ਸਾਡੀ ਸਰਕਾਰ ਨਵੀਂ ਬਣੀ ਆ, ਜਿਹੜੇ ਹੁਣ ਸਾਡੀ ਸਰਕਾਰ ਦੇ ਦੌਰਾਨ ਚਾਹੇ ਉਹ ਪੁਲ ਨੇ, ਚਾਹੇ ਉਹ ਸੜਕਾਂ ਨੇ, ਚਾਹੇ ਸਕੂਲ ਨੇ, ਚਾਹੇ ਹਸਪੀਟਲ ਨੇ, ਜਿਹੜੀਆਂ ਵੀ ਨਵਾਂ ਬੇਸਿਕ ਇਨਫਰਾਸਟ੍ਰਕਚਰ ਪੰਜਾਬ 'ਚ ਬਣੂਗਾ ਉਹਦੇ ਵਿੱਚ ਅਸੀਂ ਰਾਸ਼ੀ ਉਨੀ ਰੱਖਾਂਗੇ ਜਿੰਨੀ ਐਕਚੁਅਲ ਦੇ ਵਿੱਚ ਲੋੜੀਂਦੀ ਹੋਊਗੀ। ਜੇ ਕੋਈ ਪੁਰਾਣਾ ਜਿਹੜਾ ਹੈਗਾ ਕੋਈ ਵੀ ਕਿਸੇ ਕਿਸਮ ਦਾ ਕੰਮ ਚੱਲ ਰਿਹਾ ਜਿਹਦੇ ਵਿੱਚ ਵਾਧੂ ਰਾਸ਼ੀ ਰੱਖੀ ਗਈ ਆ, ਜੇਕਰ ਵਾਧੂ ਰਾਸ਼ੀ ਰੱਖੀ ਗਈ ਆ ਤਾਂ ਡਿਪਾਰਟਮੈਂਟ ਜਿਹੜੇ ਹੈਗੇ ਨੇ ਪੰਜਾਬ ਦੇ ਜਿੰਨੇ ਵੀ ਡਿਪਾਰਟਮੈਂਟ ਨੇਗੇ ਉਹ ਸਾਰੇ ਦੀ ਸਮੀਖਿਆ ਕਰ ਰਹੇ ਨੇਗੇ ਔਰ ਜਿਹੜੀ ਵਾਧੂ ਰਾਸ਼ੀ ਰੱਖੀ ਗਈ ਆ ਉਹ ਘਟਾਵਾਂਗੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਪੇਸ਼ ਕਰਾਂਗੇ ਕਿ ਪੁਰਾਣੀਆਂ ਸਰਕਾਰਾਂ ਨੇ ਕਿਵੇਂ ਬੇਰਹਿਮੀ ਦੇ ਨਾਲ ਪੰਜਾਬ ਦੇ ਜਿਹੜਾ ਹੈਗਾ ਆਰਥਿਕਤਾ ਦਾ ਕਤਲ ਕੀਤਾ। ਤੁਹਾਡੇ ਕੋਲ ਚੀਮਾ ਸਾਹਿਬ ਐਕਸਾਈਜ਼ ਮਹਿਕਮਾ ਵੀ ਹੈ, ਟੈਕਸੇਸ਼ਨ ਹੈ, ਬਹੁਤ ਸਾਰੀਆਂ ਜਦੋਂ ਤੁਸੀਂ ਦਾਅਵੇ ਕਰਦੇ ਹੋ ਸਥਿਤੀ ਉਦੋਂ ਕੁਝ ਹੋਰ ਹੁੰਦੀ ਹੈ, ਜਦੋਂ ਤੁਸੀਂ ਐਕਚੁਅਲ 'ਚ ਪ੍ਰੈਕਟੀਕਲੀ ਉਹਨਾਂ ਚੀਜ਼ਾਂ ਨਾਲ ਵਾਵਾਸਤਾ ਹੁੰਦੇ ਹੋ ਫਿਰ ਸਥਿਤੀਆਂ ਬਦਲ ਜਾਂਦੀਆਂ, ਬੜੀਆਂ ਹਰਡਲਸ ਆਉਂਦੀਆਂ। ਮੈਂ ਗੱਲ
ਗੱਲ ਪੰਜਾਬ ਦੇ ਠੇਕਿਆਂ ਦੀ ਕਰ ਰਿਹਾ। ਬੜੀ ਚਰਚਾ ਹੋਈ, ਸ਼ਰਾਬ ਸਸਤੀ ਹੋ ਜੂ, ਬਹੁਤ ਲੋਕਾਂ ਨੇ ਖੁਸ਼ੀ ਵੀ ਮਨਾਈ ਕਿ ਸ਼ਰਾਬ ਸਸਤੀ ਹੋ ਜੂ, ਪਰ ਸ਼ਰਾਬ ਫਿਰ ਉਹ ਠੇਕੇ ਬੋਲੀ ਨਹੀਂ ਚੜ ਸਕੀ ਕਿਉਂਕਿ ਪ੍ਰੋਟੈਸਟ ਹੋਣ ਲੱਗ ਪਏ, ਵਿਰੋਧ ਹੋਣ ਲੱਗ ਪਿਆ। ਕੀ ਤੁਸੀਂ ਸਮਝਦੇ ਹੋ ਕਿ ਜੇ ਡਿਸੀਜਨ ਲੈ ਲਿਆ ਤਾਂ ਫਿਰ ਲੈ ਲਿਆ ਸਰਕਾਰ ਨੇ, ਫਿਰ ਪ੍ਰੋਟੈਸਟ ਹੋਈ ਜਾਣ, ਜੋ ਮਰਜ਼ੀ ਵਿਰੋਧ ਕਰੀ ਜਾਵੇ, ਜੇ ਲਾਗੂ ਕਰਨਾ ਹੈ ਤਾਂ ਕਰਨਾ ਹੈ, ਜੇ ਤੁਹਾਡਾ ਟਾਰਗੇਟ ਹੈ ਤਾਂ, ਪਰ ਮਤਲਬ ਪ੍ਰੋਪਰ ਹੋ ਨਹੀਂ ਸਕਿਆ ਹਲੇ ਤੱਕ ਉਹ। ਬਰਾੜ ਸਾਹਿਬ, ਉਹ ਪ੍ਰੋਟੈਸਟ ਕਦੋਂ ਤੱਕ ਹੋਏ? ਜਦ ਤੱਕ ਸੰਗਰੂਰ ਦੀ ਜਿਮਨੀ ਚੋਣ ਲਈ ਵੋਟਾਂ ਨਹੀਂ ਪਈਆਂ। ਤੁਸੀਂ ਧਿਆਨ ਨਾਲ ਦੇਖੋ ਜੀ, ਜਿਸ ਦਿਨ ਵੋਟਾਂ ਪੈ ਗਈਆਂ ਉਸ ਦਿਨ ਤੋਂ ਬਾਅਦ ਇੱਕ ਵੀ ਪ੍ਰੋਟੈਸਟਰ ਨਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਆਇਆ, ਨਾ ਮੈਨੂੰ ਮਿਲਣ ਆਇਆ, ਨਾ ਕਿਤੇ ਪ੍ਰੋਟੈਸਟ ਕੀਤਾ। ਔਰ ਸਾਡੀ ਜਿਹੜੀ ਪਾਲਿਸੀ ਆ ਉਹ ਸਕਸੈਸਫੁਲ, ਉਹਦੀ ਬਿਡਿੰਗ ਹੋਈ ਹੈਗੀ ਸਕਸੈਸਫੁਲ। ਸਾਡੇ ਜਿੰਨੇ ਵੀ ਠੇਕੇ ਸੀਗੇ ਜਾਂ ਜਿੰਨੀਆਂ ਵੀ ਸਾਡੀਆਂ ਦੁਕਾਨਾਂ ਸੀਗੀਆਂ ਉਹ ਲਗਭਗ ਵਿਕ ਚੁੱਕੀਆਂ ਨੇਗੀਆਂ। ਠੀਕ ਹੈ। ਔਰ ਬੜੀ ਸਕਸੈਸਫੁਲ ਪਾਲਿਸੀ ਆ। ਜਿੰਨੇ ਅਸੀਂ ਟਾਰਗੇਟ ਮਿੱਥੇ ਸੀਗੇ ਉਹਨੂੰ ਅਚੀਵ ਕਰਨ ਦੇ ਬਿਲਕੁਲ ਨੇੜੇ ਆਗੇ, ਬਿਲਕੁਲ ਨੇੜੇ ਆ, ਯਾਨੀ ਸਸਤੀ ਹੋ ਰਹੀ ਹੈ, ਬਿਲਕੁਲ ਨੇੜੇ ਆਗੇ। ਔਰ ਅੱਜ ਸ਼ਾਮ ਤੱਕ, ਕਿਉਂਕਿ ਮੇਰੇ ਕੋਲ ਅੱਛਾ, ਐਕਸਟਰਾ ਚਲੋ, ਪਿਆ ਸੀ, ਮੈਂ ਤੱਕ ਸ਼ਾਮ ਤੱਕ ਮੈਂ ਸਿੱਧਾ ਹੀ ਪੁੱਛ ਲੈਣਾ। ਮੇਰਾ ਕਹਿਣ ਦਾ ਭਾਵ ਆ, ਅਸੀਂ ਆਪਣੀ ਇਸ ਪਾਲਿਸੀ ਜਿਹੜੀ ਸਾਡੀ ਸਕਸੈਸਫੁਲ ਪਾਲਿਸੀ ਹੋਈ ਆ, ਮੈਂ ਸਾਡੇ ਸਾਰੇ ਮੁਲਾਜ਼ਮ ਜਿੰਨੇ ਵੀ ਸਾਡੇ ਆਫੀਸਰ ਸਾਹਿਬਾਨ ਲੱਗੇ ਸੀਗੇ, ਮੇਰੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿ ਤੁਸੀਂ ਇਸ ਪਾਲਿਸੀ ਨੂੰ ਸਕਸੈਸ ਕਰਨ ਦੇ ਵਿੱਚ ਸਾਰਾ ਉਹਨਾਂ ਨੇ ਜ਼ੋਰ ਲਾਇਆ। ਚਲੋ ਮੁਬਾਰਕਬਾਦ ਲੋਕਾਂ ਲਈ ਵੀ। ਹੁਣ ਮੈਂ ਤੁਹਾਨੂੰ ਸਿੱਧਾ ਹੀ ਪੁੱਛ ਲੈਣਾ ਵੀ ਜਦੋਂ ਇਸ ਚੀਜ਼ ਦੀ ਚਰਚਾ ਹੁੰਦੀ ਹੈ ਤਾਂ ਬੰਦਾ ਕਹਿੰਦਾ ਸ਼ਰਾਬ ਸਸਤੀ ਹੋ ਜਾਊਗੀ, ਕਿੰਨੀ ਕੁ ਸਸਤੀ ਹੋ ਜਾਊਗੀ ਇਹ ਵੀ ਦੱਸ ਦਿਓ, ਦੇਖੋ ਜੇ ਉਦਾਹਰਨ ਦੇ ਸਕੋ। ਬਰਾੜ ਸਾਹਿਬ, ਮੈਂ ਹੋਰ ਪ੍ਰੈਕਟੀਕਲ ਹੋ ਜਾਂਦਾ ਕਿ ਜਿਹੜੀ 1000 ਦੀ ਬੋਤਲ ਹੈ ਕਿੰਨੇ ਦੀ ਹੋ ਜਾਏਗੀ? ਉਹ ਕਿੰਨੇ ਦੀ ਹੋ ਜਾਏਗੀ? ਦੇਖੋ ਬੜੀ ਸਪਸ਼ਟ ਕਰਦਾ ਮੈਂ ਤੁਹਾਡੇ ਚੈਨਲ ਦੇ ਉੱਤੇ, ਰੈਵਨਿਊ ਕਿੰਨਾ ਕਲੈਕਟ ਹੁੰਦਾ ਸੀ? 6200 ਕਰੋੜ ਰੁਪਈਆ। ਸ਼ਰਾਬ ਪੰਜਾਬ ਦੀ ਹਰਿਆਣੇ ਤੋਂ ਮਹਿੰਗੀ, ਬਿਲਕੁਲ। ਸ਼ਰਾਬ ਪੰਜਾਬ ਦੀ ਚੰਡੀਗੜ੍ਹ ਤੋਂ ਮਹਿੰਗੀ, ਰਾਜਸਥਾਨ ਤੋਂ ਮਹਿੰਗੀ, ਦਿੱਲੀ ਨਾਲੋਂ ਮਹਿੰਗੀ, ਔਰ ਸਮਗਲਿੰਗ ਵੱਡੇ ਹਿਮਾਚਲ ਪੱਧਰ ਪ੍ਰਦੇਸ਼ ਤੇ ਨਾਲੋਂ ਮਹਿੰਗੀ, ਔਰ ਸਮਗਲਿੰਗ ਵੀ ਕਿੰਨੀ? ਸਭ ਤੋਂ ਜ਼ਿਆਦਾ ਪੰਜਾਬ ਵਿੱਚ। 2 ਨੰਬਰ ਦੀ ਸ਼ਰਾਬ ਸਭ ਤੋਂ ਜ਼ਿਆਦਾ ਪੰਜਾਬ 'ਚ ਆ ਕੇ ਵਿਕਦੀ। ਉਹ ਸਾਰਾ ਜਿਹੜਾ ਮਾਫੀਆ ਸੀ ਉਹ ਖਤਮ ਹੋ ਚੁੱਕਿਆ ਹੈਗਾ ਜੀ। ਰੇਟ ਬਿਲਕੁਲ ਸਸਤੇ ਹੋ ਰਹੇ ਨੇਗੇ ਔਰ ਰੈਵਨਿਊ ਵੱਧ ਰਿਹਾ। ਨਹੀਂ, ਚਲੋ ਉਦਾਹਰਨ ਤੇ ਦੇ ਦਿਓ। ਦੇਖੋ ਜੇ ਰੈਵਨਿਊ 1000 ਰੁਪਏ ਦੀ ਬੋਤਲ ਹੈ ਤਾਂ ਕਿੰਨੇ ਦੀ ਹੋਊਗੀ? ਬਿਲਕੁਲ ਅੰਦਾਜ਼ਾ ਤੇ ਦੇ ਦਿਓ। ਜੇ ਫਾਈਨਾਂਸ ਮਿਨਿਸਟਰ ਦੱਸਣਗੇ ਤਾਂ ਲੋਕਾਂ ਨੂੰ ਯਕੀਨ ਵੀ ਹੋ ਜੂਗਾ। ਦੇਖੋ ਮੈਂ ਸਮਝਦਾ ਜਿਹੜੇ ਸਾਡੇ ਗੁਆਂਢੀ ਸੂਬੇ ਨੇਗੇ ਉਹਨਾਂ ਨਾਲੋਂ ਸਸਤੀ ਹੋ ਜੂਗੀ, ਚਾਹੇ ਉਹ ਹਰਿਆਣਾ ਗਾ, ਚਾਹੇ ਉਹ ਚੰਡੀਗੜ੍ਹ ਆ। ਔਰ ਉਹਨਾਂ ਦੀ ਜਿਹੜੀ ਸਮਗਲਿੰਗ ਪੰਜਾਬ 'ਚ ਆ ਕੇ ਹੁੰਦੀ ਸੀ ਉਹ ਸਾਰੀ ਬੰਦ ਹੋ ਜੂਗੀ, ਸਾਰੀ ਖਤਮ ਕਰ ਦਿੱਤੀ ਗਈ ਹੈ। ਔਰ ਇਸ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੇ ਹਾਂਗੇ ਕਿ ਕੋਈ ਵੀ ਸਮਗਲਰ ਜਿਹੜਾ ਹੈਗਾ ਉਹ ਸਮਗਲਿੰਗ ਕਰਕੇ ਬਾਹਰ ਘੁੰਮੂਗਾ ਨਹੀਂ, ਉਹ ਜੇਲ੍ਹ 'ਚ ਜਾਊਗਾ। ਸੋ ਸਖਤ ਕਾਨੂੰਨ ਵੀ ਬਣਾ ਰਹੇ ਹਾਂਗੇ। ਔਰ ਦੂਜਾ ਮੈਂ ਫੇਰ ਕਹਿ ਰਿਹਾ ਕਿ 6200 ਕਰੋੜ ਤੋਂ 9600 ਕਰੋੜ ਦਾ ਵਾਧਾ ਹੋ ਰਿਹਾਗਾ। ਸ਼ਰਾਬ ਵੀ ਸਸਤੀ ਤੁਸੀਂ ਕਹਿ ਰਹੇ ਹੋ ਕਰ ਰਹੇ ਹਾਂਗੇ, ਉਦੋਂ ਬਣਾਇਆਗਾ। ਔਰ ਸਮਗਲਿੰਗ ਖਤਮ ਹੋ ਰਹੀ ਆ, ਮਾਫੀਆ ਖਤਮ ਹੋ ਰਿਹਾ, ਰੈਵਨਿਊ ਜਿਹੜਾ ਹੈਗਾ ਉਹ ਜੰਪ ਕਰ ਰਿਹਾ ਹੈਗਾ। ਮੈਂ 3-4 ਰੈਪਿਡ ਫਾਇਰ ਸਵਾਲ ਪੁੱਛਦਾ ਤੁਹਾਨੂੰ, ਜੇ ਕੋਸ਼ਿਸ਼ ਕਰਿਓਗੇ 1-2 ਸ਼ਬਦਾਂ ਦੇ ਵਿੱਚ ਜਵਾਬ ਦੇ ਸਕੋ। ਪਹਿਲਾ ਸਵਾਲ ਹੈ ਕਿ ਖਜ਼ਾਨੇ ਮੰਤਰਾਲੇ ਨੂੰ ਕਿਹੜਾ ਵਿਭਾਗ ਸਭ ਤੋਂ ਵੱਧ ਖਰਚੀਲਾ ਲੱਗਦਾ ਹੈ? ਕਿ ਇਹ ਬੜੇ ਪੈਸੇ ਖਰਚਦੇ ਆ, ਇਹ ਸਭ ਤੋਂ ਵੱਧ ਡਿਮਾਂਡ ਕਰਦੇ ਆ, ਸਭ ਤੋਂ ਵੱਧ ਖਰਚਾ ਇਹਨਾਂ ਪਰ ਹੁੰਦਾ। ਦੇਖੋ ਬਿਲਕੁਲ ਪੰਜਾਬ ਵਿੱਚ ਜਿੰਨੀਆਂ ਕਮਿਟਡ ਲਾਇਬਿਲਟੀਜ਼ ਨੇ, ਜਿਹੜੇ ਅਸੀਂ ਪੈਸੇ ਦੇਣੇ ਹੀ ਦੇਣੇ ਨੇਗੇ ਜੀ। ਔਰ ਸਭ ਤੋਂ ਵੱਧ ਜਿਹੜਾ ਹੈਗਾ ਸਾਡਾ ਫਾਈਨਾਂਸ ਜਿਹੜਾ ਹੈਗਾ ਪੈਸਾ ਉਹ ਪੰਜਾਬ ਦੇ ਮੁਲਾਜ਼ਮਾਂ ਤੇ ਖਰਚ ਹੁੰਦਾ, ਪੰਜਾਬ ਦੇ ਉਹਨਾਂ ਤਨਖਾਹ ਦੇ ਉੱਤੇ, ਪੰਜਾਬ ਦੇ ਰਿਟਾਇਰਡ ਮੁਲਾਜ਼ਮਾਂ ਦੀ ਪੈਨਸ਼ਨ ਦੇ ਉੱਤੇ, ਪੈਨਸ਼ਨ ਨਾਲ ਜੁੜੇ ਹੋਰ ਪੱਤਿਆਂ ਦੇ ਉੱਤੇ। ਔਰ ਜਿਹੜਾ ਅਸੀਂ ਕਰਜ਼ਾ ਲਿਆਗਾ, ਜਿਹੜਾ ਪੁਰਾਣੀਆਂ ਸਰਕਾਰਾਂ ਨੇ ਕਰਜ਼ਾ ਲਿਆਗਾ, ਉਹਦੀ ਡੈਟ ਸਰਵਿਸਿਜ਼ ਦੇ ਵਿੱਚ, ਉਹਨੂੰ ਮੋੜਨ ਦੇ ਵਿੱਚ, ਉਹਦਾ ਵਿਆਜ ਮੋੜਨ ਦੇ ਵਿੱਚ ਸਭ ਤੋਂ ਵੱਧ ਖਰਚਾ ਇੱਥੇ ਹੁੰਦਾਗਾ। ਪਰ ਲੇਕਿਨ ਸਾਡਾ ਜਿਹੜਾ ਹੈਗਾ ਸਰਕਾਰ ਦਾ ਟੀਚਾ ਹੈਗਾ ਕਿ ਕਮਿਟਡ ਜਿਹੜੇ ਲਾਇਬਿਲਟੀ ਸਾਡੇ ਜਿਹੜੇ ਖਰਚੇ ਨੇ, ਜਿਹੜੇ ਮੈਂ ਸਮਝਦਾ ਉਹ ਖਰਚੇ ਘਟਾਵਾਂਗੇ। ਉਹਨੂੰ ਘਟਾਉਣ ਲਈ ਅਸੀਂ ਆਪਣੇ ਯਤਨ ਕਰ ਰਹੇ ਹਾਂਗੇ। ਜਦੋਂ ਖਰਚੇ ਘਟਣਗੇ ਤਾਂ ਸਾਡੇ ਕੋਲ ਪੈਸਾ ਬਚੂਗਾ, ਜਦੋਂ ਪੈਸਾ ਬਚੂਗਾ ਤਾਂ ਅਸੀਂ ਲੋਕਾਂ ਨੂੰ ਜਿਹੜੀਆਂ ਬਿਹਤਰ ਸਹੂਲਤਾਂ ਦੇਵਾਂਗੇ। ਮੇਰੇ ਮਹਿਕਮਿਆਂ ਦੀਆਂ ਨਾਰਾਜ਼ਗੀਆਂ ਸ਼ੁਰੂ ਹੋ ਗਈਆਂ। ਕਹਿੰਦੇ ਜਿਵੇਂ ਸਾਡੇ ਫੀਲਡ ਦੇ ਵਿੱਚ ਇੱਕ ਬੜੀ ਥੈਂਕਲੈਸ ਜੌਬ ਹੁੰਦੀ ਹੈ, ਸ਼ਿਫਟਾਂ ਬਣਾਉਣੀਆਂ ਸਟਾਫ ਦੀਆਂ, ਜਿਹੜੀ ਮਰਜ਼ੀ ਸ਼ਿਫਟ ਲਾ ਦੇ ਉਹਨਾਂ ਨੇ ਖੁਸ਼ ਨਹੀਂ ਹੋਣਾ। ਸੋ ਤੁਹਾਡੇ ਮਹਿਕਮੇ 'ਚ ਵੀ ਐ ਹੋਣਾ ਵੀ ਸਾਰੇ ਡਿਪਾਰਟਮੈਂਟ ਪੈਸੇ ਮੰਗਦੇ ਆ, ਜਿੰਨੇ ਮਰਜ਼ੀ ਦੇ ਦਿਓ, ਖੁਸ਼ ਨਹੀਂ ਹੋਣਾ। ਨਹੀਂ, ਹਾਲੇ ਤੱਕ ਤਾਂ ਕੋਈ ਨਾਰਾਜ਼ ਨਹੀਂ ਹੋਇਆਗਾ, ਕਿਉਂਕਿ ਸਭ ਤੋਂ ਵੱਡੀ ਸਾਡੀ ਪੰਜਾਬ ਦੇ ਲੋਕਾਂ ਨੇ ਕਮਿਟਮੈਂਟ ਸੀਗੀ ਸਾਹਿਬ ਕਿ ਅਸੀਂ ਲੋਕਾਂ ਦੇ ਜਿਹੜੇ ਹੈਗੇ ਨੇ ਹਸਪੀਟਲ ਠੀਕ ਕਰਾਂਗੇ, ਲੋਕਾਂ ਦੇ ਘਰ ਤੱਕ ਇਲਾਜ ਦੀ ਜਿਹੜੀ ਸਹੂਲਤ ਦੇਵਾਂਗੇ, ਮਹੱਲਾ ਕਲੀਨਿਕ ਖੋਲਾਂਗੇ, ਅੱਛੇ ਸਕੂਲ ਬਣਾਵਾਂਗੇ। ਸਾਡਾ ਬਜਟ ਜਿਹੜਾ ਪਹਿਲਾ ਬਜਟ ਆ ਉਹ 2 ਦਿਸ਼ਾਵਾਂ ਨੂੰ ਦੇਖ ਕੇ ਜਿਹੜਾ ਫੋਕਸ ਕੀਤਾ ਗਿਆ। ਔਰ ਪੰਜਾਬ ਦੇ ਲੋਕਾਂ ਨੇ ਕਿਹਾ ਸੀਗਾ ਸਾਨੂੰ ਕਿ ਕਰਪਸ਼ਨ ਜਿਹੜੀ ਆ, ਭ੍ਰਿਸ਼ਟਾਚਾਰ ਜਿਹੜਾ ਹੈਗਾ ਤੁਸੀਂ ਖਤਮ ਕਰਨ ਦੇ ਲਈ ਸਾਨੂੰ ਜ਼ਿੰਮੇਵਾਰੀ ਸੌਂਪੀ ਸੀ। ਸੋ ਉਸ ਡਾਇਰੈਕਸ਼ਨ ਦੇ ਵਿੱਚ ਵੀ ਅਸੀਂ ਬਹੁਤ ਮੀਲ ਪੱਥਰ ਕੱਢ ਰਹੇ ਹਾਂਗੇ ਔਰ ਵੱਡੀ ਤੇਜ਼ੀ ਦੇ ਨਾਲ ਕਰਪਸ਼ਨ ਨੂੰ ਖਤਮ ਕਰਨ ਵੱਲ ਵੱਧ ਰਹੇ ਹਾਂਗੇ। ਸੋ ਹਜੇ ਸਾਰੇ ਜਿੰਨੇ ਵੀ ਮੁਲਾਜ਼ਮਾਂ ਨੇ, ਜਿੰਨੇ ਵੀ ਡਿਪਾਰਟਮੈਂਟਸ ਨੇ, ਜਿਵੇਂ ਤੁਸੀਂ ਕਿਹਾ ਹੈਗਾ, ਜਿਹੜੇ ਆਪਣੇ ਜਿੰਨੇ ਉਹਨਾਂ ਨੇ ਟਾਰਗੇਟ ਭੇਜੇ ਨੇ ਕਿ ਅਸੀਂ ਸਾਰਿਆਂ ਲਈ ਪੈਸਾ ਮੁਹੱਈਆ ਕਰਵਾ ਰਹੇ ਹਾਂਗੇ ਔਰ ਸਾਰੇ ਖੁਸ਼ ਹੋਣਗੇ। ਜਿੰਨੇ ਉਹਨਾਂ ਨੇ ਭੇਜੇ ਨੇ ਸਾਰੇ ਪੂਰੇ ਕਰਾਂਗੇ। ਅਸੀਂ ਪਹਿਲਾਂ ਹੀ ਬੈਠ ਕੇ ਡਿਸਾਈਡ ਕਰਦੇ ਹਾਂ
ਜਿਹੜੇ ਵੀ ਮੰਤਰੀ ਸਾਹਿਬਾਨ ਆਉਂਦੇ ਨੇਗੇ ਕਿ ਤੁਸੀਂ ਉਹ ਦੱਸੋ ਜਿਹੜੇ ਕੰਮ ਹੋਣ ਵਾਲੇ ਨੇਗੇ। ਨਜਾਇਜ਼ ਪੈਸਾ ਕਿਤੇ ਨਾ ਖਰਚੋ, ਜਿੱਥੇ ਕੰਮ ਨਹੀਂ ਹੋਣ ਵਾਲਾ ਉੱਥੇ ਪੈਸੇ ਨਾ ਲਾਓ, ਜਿੱਥੇ ਕੰਮ ਹੋਣ ਵਾਲਾਗਾ ਉੱਥੇ ਪੈਸੇ ਲਾਓ। ਸੋ ਬਿਲਕੁਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੈਸੇ ਦੇ ਰਹੇ ਹਾਂਗੇ, ਡਿਪਾਰਟਮੈਂਟ ਚੋਂ ਪੈਸੇ ਜਾ ਰਹੇ ਨੇ। ਹੁਣ ਸਕੂਲਾਂ ਦੀ ਗੱਲ ਕਰ ਰਹੀਏ, ਸਕੂਲਾਂ ਦੀਆਂ ਬਹੁਤ ਸਾਰੇ ਸਕੂਲਾਂ ਦੀ ਚਾਰ ਦੀਵਾਰੀ ਉਹ ਹੈ ਨਹੀਂ, ਉੱਥੇ ਸਾਡੀਆਂ ਬੱਚੀਆਂ ਮਹਿਫੂਜ਼ ਨੇਗੀਆਂ, ਉੱਥੇ ਕਿਤੇ ਨਾ ਕਿਤੇ ਖਤਰਾ ਬਣਿਆ ਹੋਇਆ ਉਹਨਾਂ ਬੱਚਿਆਂ ਦੇ ਲਈ। ਇਨਫਰਾਸਟ੍ਰਕਚਰ ਦੀ ਗੱਲ ਹੈ ਔਰ ਅਸੀਂ 100 ਕਰੋੜ ਰੁਪਏ ਰੱਖਿਆ ਗਿਆ, ਅਸੀਂ 100 ਕਰੋੜ ਰੁਪਏ ਰੱਖਿਆ ਗਿਆ। ਕਾਂਗਰਸ ਤਾਂ ਕਹਿੰਦੀ ਨੰਬਰ 1 ਕਰਤੇ ਸਕੂਲ ਅਸੀਂ। ਦੇਖੋ ਝੂਠ ਤੋਂ ਜੋ ਕੋਈ ਮਰਜ਼ੀ ਕਹੀ ਜਾਣ, ਜਿੰਨੇ ਮਰਜ਼ੀ ਝੂਠੇ ਅੰਕੜੇ ਤੁਸੀਂ ਪੇਸ਼ ਕਰੀ ਮੰਨਦੇ ਕਿਉਂ ਜਾਣ। ਨਹੀਂ ਸਰਵੇ ਨੂੰ, ਮੰਨਦੇ ਕਿਉਂ ਨਹੀਂ? ਦੇਖੋ ਅਮਨ ਅਰੋੜਾ ਨੇ ਫਿਗਰਸ ਦਿੱਤੀਆਂ ਵਿਧਾਨ ਸਭਾ ਦੇ ਵਿੱਚ ਕਿ ਦੇਖੋ ਜੀ ਕ੍ਰਾਈਮ ਰੇਟ ਪਹਿਲਾਂ ਇੰਨਾ ਸੀ, ਇੰਨਾ ਰਹਿ ਗਿਆ, ਇੰਨਾ ਸੀ। ਉਹ ਵੀ ਸੈਂਟਰ ਦੀਆਂ ਫਿਗਰ ਨੇ, ਯਾਨੀ ਸੂਟ ਕਰਦੀਆਂ ਤਾਂ ਠੀਕ ਹੈ, ਜੇ ਨਹੀਂ ਸੂਟ ਕਰਦਾ ਤਾਂ ਤੁਸੀਂ ਮੰਨੋ ਨਾ। ਬਰਾੜ ਸਾਹਿਬ, ਮੈਂ ਤੁਹਾਡੇ ਇਸ ਮੰਚ ਦੇ ਉੱਤੇ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਕੈਮਰੇ ਲੈ ਕੇ, ਤੁਸੀਂ ਆਪਣੀਆਂ ਟੀਮਾਂ ਲੈ ਕੇ, ਜਿੰਨੇ ਟੀਚਰ ਸਾਹਿਬਾਨ ਨੇ ਸਾਡੇ, ਜਿੰਨੇ ਸਾਡੇ ਅਧਿਆਪਕ ਸਾਹਿਬਾਨ ਨੇ ਪੰਜਾਬ ਦੇ, ਉਹਨਾਂ ਕੋਲ ਜਾ ਕੇ ਜ਼ਰੂਰ ਆਇਓ ਕਿ ਜਿਹੜਾ ਤਿਆਰ ਕੀਤਾ ਗਿਆ, ਜਿਹੜਾ ਆਪਣਾ ਰਿਜ਼ਲਟ ਆ ਨੰਬਰ 1 ਦਾ, ਇਹ ਕਿਵੇਂ ਤਿਆਰ ਕੀਤਾ ਗਿਆ, ਕਿਵੇਂ ਉਹਨਾਂ ਨੂੰ ਕੰਪੈਲ ਕੀਤਾ ਗਿਆ ਕਿ ਤੁਸੀਂ ਇਸ ਤਰ੍ਹਾਂ ਦਾ ਰਿਜ਼ਲਟ ਤਿਆਰ ਕਰੋ। ਤੁਹਾਡੇ ਸਾਹਮਣੇ ਪੰਜਾਬ ਦੀ ਤਸਵੀਰ ਨਜ਼ਰ ਆਊਗੀ ਕਿ ਕੀ ਪੰਜਾਬ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਕਿਸ ਤਰ੍ਹਾਂ ਵੱਡੀ ਪੱਧਰ ਤੇ ਖਿਲਵਾੜ ਕੀਤਾ ਗਿਆ। ਕੀ ਇੰਟਰਸਟ ਹੈ, ਕਿਉਂ ਕੀਤਾ ਉਹਨਾਂ ਨੇ? ਉਸ ਸਮੇਂ ਇਲੈਕਸ਼ਨ ਦਾ ਦੌਰ ਸੀਗਾ, ਉਸ ਸਮੇਂ ਇਲੈਕਸ਼ਨ ਦਾ ਦੌਰ ਸੀਗਾ ਔਰ ਕੈਪਟਨ ਸਾਹਿਬ ਨੇ ਉਸ ਸਮੇਂ ਦੇ ਮਿਨਿਸਟਰ ਸਾਹਿਬਾਨ ਦੀ ਡਿਊਟੀ ਲਾਈ ਕਿ ਆਪਾਂ ਅੰਕੜੇ ਜਿਵੇਂ ਮਰਜ਼ੀ ਕਰੀਏ, ਦਿੱਲੀ ਦੀ ਸਰਕਾਰ ਤੋਂ ਵੱਡੇ ਦਿਖਾਉਣੇ ਨੇਗੇ। ਦਿੱਲੀ ਦੀ ਸਰਕਾਰ ਨੂੰ ਕੰਪੇਅਰ ਕਰਨਾਗਾ, ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਜਿਹੜਾ ਕੰਪੇਅਰ ਕਰਨਾਗਾ, ਕਿਉਂਕਿ ਮਨੀਸ਼ ਸਿਸੋਦੀਆ ਜੀ ਲਗਾਤਾਰ ਇੱਕ ਅੱਛੇ ਬਤੌਰ ਜਿਹੜਾ ਹੈਗਾ ਐਜੂਕੇਸ਼ਨ ਮਿਨਿਸਟਰ ਵਜੋਂ ਦੇਸ਼ ਵਿੱਚ ਜਾਣੇ ਜਾਂਦੇ ਨੇ, ਦੇਸ਼ ਨਹੀਂ ਵਿਦੇਸ਼ਾਂ ਜਾਣੇ ਜਾਂਦੇ ਨੇ ਕਿ ਸਭ ਤੋਂ ਅੱਛਾ ਜੇਕਰ ਐਜੂਕੇਸ਼ਨ ਦੇ ਵਿੱਚ ਸੁਧਾਰ ਕਰ ਰਿਹਾ ਤਾਂ ਮਨੀਸ਼ ਸਿਸੋਦੀਆ ਜੀ ਕਰ ਰਹੇ ਨੇਗੇ। ਸੋ ਉਹਨਾਂ ਨੂੰ ਕਿਵੇਂ ਕੰਪੇਅਰ ਕਰਨਾਗਾ? ਸੋ ਜਾਲੀ ਵਾ ਫਰਜ਼ੀ ਅੰਕੜਿਆਂ ਦੇ ਨਾਲ ਪੰਜਾਬ ਸਰਕਾਰ ਨੇ ਆਪਣੇ ਅੰਕੜੇ ਪੇਸ਼ ਕੀਤੇ ਨੇਗੇ। ਬਿਲਕੁਲ ਹੁਣ ਜਦੋਂ ਸਾਡੀ ਸਰਕਾਰ ਜਿਹੜਾ ਬੱਚਿਆਂ ਨੂੰ ਜੋ ਅੱਛੀ ਪੜ੍ਹਾਈ ਕਰਾਊਗੀ, ਦੇਖੋ ਅਸੀਂ ਕੀ ਕਿਹਾ ਨਹੀਂ, ਅਸੀਂ ਕਿਹਾ ਨਹੀਂ ਸਕੂਲ ਆਫ ਐਮੀਨੈਂਸ, ਸਕੂਲ ਆਫ ਐਮੀਨੈਂਸ ਦੀ ਗੱਲ ਅਸੀਂ ਕਰਦੇ ਹਾਂ। ਅਸੀਂ ਸਾਡੇ ਟੀਚਰ ਸਾਹਿਬਾਨ ਨੂੰ ਅਸੀਂ ਕਿਹਾ ਕਿ ਤੁਹਾਨੂੰ ਅਸੀਂ ਬਾਹਰ ਟ੍ਰੇਨਿੰਗ ਤੇ ਭੇਜਾਂਗੇ, ਫਿਨਲੈਂਡ ਭੇਜਾਂਗੇ, ਇੰਗਲੈਂਡ ਭੇਜਾਂਗੇ, ਵੱਡੇ ਦੇਸ਼ਾਂ 'ਚ ਭੇਜਾਂਗੇ ਤਾਂ ਕਿ ਸਾਡੇ ਅਧਿਆਪਕ ਵੀ ਜਿਹੜਾ ਹੈਗਾ ਅੱਛੀ ਟ੍ਰੇਨਿੰਗ ਲੈ ਕੇ ਆ ਕੇ ਬੱਚਿਆਂ ਨੂੰ ਪੜਾਉਣ। ਅਸੀਂ ਕਿਹਾ ਕਿ ਅਸੀਂ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਅਸੀਂ ਵੈਸੇ 50 ਕਰੋੜ ਰੁਪਏ ਰੱਖਿਆ ਹੈਗਾ ਜੀ ਕਿ ਬੱਚੇ ਸਾਡੇ ਜਿਹੜੇ +1 ਤੇ 2 ਦੇ ਨੇਗੇ, +1 ਤੇ 2 ਦੇ ਜਿਹੜੇ ਬੱਚੇ ਨੇਗੇ, ਉਹ ਵਪਾਰ ਦੇ ਵਿੱਚ ਆਪਣੀ ਦਿਲਚਸਪੀ ਵਧਾਉਣ, ਉਹਨਾਂ 'ਚ ਲੀਡਰਸ਼ਿਪ ਜਿਹੜੀ ਆ, ਕੁਆਲਿਟੀ ਦੀ ਲੀਡਰਸ਼ਿਪ ਉਹਦਾ ਬਾਹਰ ਹੋਵੇ। ਅਸੀਂ 50 ਕਰੋੜ ਰੁਪਏ ਰੱਖਿਆ ਗਿਆ ਤੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਉਹ ਮਾਰਕੀਟ ਜਾਣਗੇ, ਐਕਸਪੈਰੀਮੈਂਟ ਕਰਕੇ ਆਉਣਗੇ, ਆਪਣੀ ਕੰਪਨੀ ਬਣਾਉਣਗੇ। ਇਹ ਇੱਕ ਨਵੇਂ ਜਿਹੜੇ ਅਸੀਂ ਜਿਹੜੇ ਹੈਗੇ ਨੇਗੇ ਟਾਰਗੇਟ ਰੱਖੇ ਨੇ, ਇਹਦੇ ਨਾਲ ਮੈਂ ਸਮਝਦਾ ਐਜੂਕੇਸ਼ਨ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸੁਧਾਰ ਆਊਗਾ। ਇੱਕ ਨਵੀਂ ਗੱਲ ਅਸੀਂ ਕੀਤੀ ਆ, ਜਿਹੜਾ ਵਾਧੂ ਕੰਮ ਜਿਹੜਾ ਪ੍ਰਿੰਸੀਪਲ ਸਾਹਿਬਾਨ ਨੂੰ ਕਰਨਾ ਪੈਂਦਾ ਸੀ ਜਾਂ ਸਾਡੇ ਹੈਡਮਾਸਟਰ ਸਾਹਿਬਾਨ ਨੂੰ ਕਰਨਾ ਪੈਂਦਾ ਸੀਗਾ, ਉਹ ਅਸੀਂ ਘਟਾ ਕੇ ਉਹਦੀ ਜਗ੍ਹਾ ਤੇ ਇੱਕ ਨਵੇਂ ਸਟੇਟ ਅਫਸਰ ਰੱਖੇ ਨੇਗੇ। 15 ਜਾਂ 10 ਸਕੂਲਾਂ ਦਾ ਕਲਸਟਰ ਬਣਾਉਣ ਦੀ ਬਣਾ ਰਹੇ ਹਾਂਗੇ। ਉਹ ਸਾਰਾ ਬੇਸਿਕਲੀ ਸਫਾਈ ਕਿਵੇਂ ਹੋ ਰਹੀ ਹੈ ਸਕੂਲ ਦੇ ਵਿੱਚ, ਜਿਹੜਾ ਹੈਗਾ ਸਕੂਲ ਦੇ ਵਿੱਚ ਪੱਖੇ ਠੀਕ ਨੇਗੇ, ਸਕੂਲ ਦੇ ਕੀ ਕੰਮ ਹੋਣ ਵਾਲੇ ਨੇਗੇ, ਉਹ ਸਾਰੇ ਕੰਮ ਉਹ ਦੇਖਣਗੇ ਤਾਂ ਕਿ ਸਾਡੇ ਜਿੰਨੇ ਵੀ ਅਧਿਆਪਕ ਨੇ ਉਹ ਆਪਣਾ ਧਿਆਨ ਜਿਹੜਾ ਹੈਗਾ ਸਿਰਫ ਤੇ ਸਿਰਫ ਪੜ੍ਹਾਈ ਵੱਲ ਕੇਂਦਰਿਤ ਕਰਨ। ਤੋ ਚੀਮਾ ਸਾਹਿਬ, ਮੀਥੇਰ ਜੀ ਵੀ ਅੱਜ ਆਉਣਗੇ ਇੱਥੇ, ਤਾਂ ਸਕੂਲਾਂ ਨੂੰ ਲੈ ਕੇ ਤਫਸੀਲ ਨਾਲ ਅਸੀਂ ਗੱਲ ਕਰਾਂਗੇ। ਮੇਰਾ ਸਵਾਲ ਸੀ ਕਿ ਖਰਚੀਲਾ ਸਭ ਤੋਂ ਡਿਪਾਰਟਮੈਂਟ ਕੌਣ ਹੈ? ਥੋੜਾ ਜਿਹਾ ਇਹ ਵੀ ਦੱਸ ਦਿਓ ਕਿ ਸਭ ਤੋਂ ਕਮਾਊ ਪੁੱਤ ਕਿਹੜਾ ਹੈ, ਕਿ ਪੈਸੇ ਲੈਂਦਾ ਨਹੀਂ, ਕਮਾਈ ਕਰਕੇ ਦਿੰਦਾ, ਖਜ਼ਾਨਾ ਭਰਦਾ ਰਹਿੰਦਾ। ਦੇਖੋ ਖਜ਼ਾਨਾ ਜਿਹੜਾ ਹੈਗਾ ਬਿਲਕੁਲ ਪੰਜਾਬ ਦੇ ਲੋਕ ਨੇਗੇ, ਪੰਜਾਬ ਦੀ ਜਨਤਾ ਗੀ, ਪੰਜਾਬ ਦੀ ਜਨਤਾ ਜਿਹੜੀ ਆ ਉਹ ਕਮਾਊ ਪੁੱਤਾ ਪੰਜਾਬ ਦਾ। ਸਭ ਤੋਂ ਵੱਧ ਪੈਸੇ ਜਿਹੜੇ ਨੇ ਪੰਜਾਬ ਦੇ ਲੋਕ ਆਪਣੀ ਮਿਹਨਤ ਕਮਾਈ ਦੇ ਵਿੱਚੋਂ, ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ 'ਚ ਭੇਜਦੇ ਨੇਗੇ। ਜੇਕਰ ਕਿਸੇ ਨੇ ਇੰਡਸਟਰੀ ਲਾਈ ਆ ਜੀ, ਜੇਕਰ ਕੋਈ ਇੰਡਸਟਰੀਲਿਸਟ ਆ ਤਾਂ ਉਹ GST ਦੇ ਰੂਪ ਵਿੱਚ ਆਪਦਾ ਪੈਸਾ ਭੇਜਦਾ। ਜੇਕਰ ਕੋਈ ਵੀ ਵਿਅਕਤੀ, ਜਿੰਨੇ ਸਾਹਮਣੇ ਬੈਠੇ ਨੇਗੇ, ਆਪਣੇ ਜਿੰਨੇ ਵੀ ਦਰਸ਼ਕ ਬੈਠੇ ਨੇਗੇ, ਜਿੰਨਾ ਵੀ ਸਮਾਨ ਖਰੀਦਦੇ ਨੇਗੇ, ਇਹ GST ਟੈਕਸ ਦਿੰਦੇ ਨੇ, ਕੋਈ ਵੀ ਖਜ਼ਾਨੇ 'ਚ ਆਉਂਦਾਗਾ ਜੀ। ਇਹ ਐਕਸਾਈਜ਼ ਦੀ ਗੱਲ ਤੁਸੀਂ ਕੀਤੀ ਆ, ਐਕਸਾਈਜ਼ ਦੇ ਵਿੱਚੋਂ ਸਾਨੂੰ ਰੈਵਨਿਊ ਆਉਂਦਾਗਾ, ਟਰਾਂਸਪੋਰਟ ਦੇ ਵਿੱਚੋਂ ਸਾਨੂੰ ਰੈਵਨਿਊ ਆਉਂਦਾਗਾ। ਸੋ ਜਿੰਨਾ ਵੀ ਪਬਲਿਕ ਲੋਕ ਜਿੰਨੀਆਂ ਵੀ ਸਹੂਲਤਾਂ ਦਾ ਆਨੰਦ ਮਾਣਦੇ ਨੇਗੇ, ਉਹਦੇ 'ਚ ਹੀ ਪੈਸਾ ਆਉਂਦਾਗਾ। ਉਹੀ ਅਸੀਂ ਸਹੂਲਤਾਂ ਦੇਣੀਆਂ ਹੁੰਦੀਆਂ, ਲੋਕ ਹੀ ਪੈਸਾ ਦਿੰਦੇ ਨੇ ਔਰ ਲੋਕਾਂ ਤੇ ਹੀ ਉਹ ਪੈਸਾ ਲਾਇਆ ਜਾਂਦਾ ਹੈ। ਤੁਸੀਂ ਸਾਹਿਬ ਇਹ ਸਮਝਦੇ ਹੋ ਵੀ ਐਕਸਾਈਜ਼ ਟੈਕਸੇਸ਼ਨ ਠੀਕ ਸੀ ਕਲੱਬ ਹੋਣਾ ਫਰਾਂਸ ਦੇ ਨਾਲ? ਪਹਿਲਾਂ ਨਹੀਂ ਹੁੰਦਾ ਸੀ। ਪਹਿਲਾਂ ਐਕਸਾਈਜ਼ ਟੈਕਸੇਸ਼ਨ ਪਿੱਛੇ ਇੱਥੇ ਲੜਾਈਆਂ ਚੱਲਦੀਆਂ ਰਹੀਆਂ ਵੀ ਸਾਨੂੰ ਐਕਸਾਈਜ਼ ਟੈਕਸੇਸ਼ਨ ਦਿਓ, ਕਿ ਜਿੱਥੋਂ ਪੈਸੇ ਆਉਣੇ ਆ ਉਹ ਹੈ ਨਹੀਂ ਤੇ ਫਰਾਂਸ ਡਿਪਾਰਟਮੈਂਟ ਕੈਲਕੂਲੇਸ਼ਨ ਕਿਵੇਂ ਕਰੂਗਾ? ਬਿਲਕੁਲ ਜੀ, ਦੇਖੋ ਬੜਾ ਸਪਸ਼ਟ ਆ ਕਿ ਰਸੀਦ ਕਿੱਥੋਂ ਆਉਣੀਆਂ ਨੇਗੀਆਂ, ਪੈਸਾ ਆਊਗਾ ਕਿੱਥੋਂ, ਪੈਸਾ ਲਾਉਣਾ ਕਿੱਥੇ, ਦੇਣਾ ਤੇ ਇੱਕ ਹੱਥ ਲਾਉਣਾ। ਮਰ ਗੱਲ ਇਹ ਆ, ਇਧਰੋਂ ਹੱਥ ਲਈ ਜਾਂਦੇ ਆ ਤੇ ਇਸ ਹੱਥ ਨਾਲ ਦੇਈ ਜਾਂਦੇ ਆ, ਅਸੀਂ ਵੰਡੀ ਜਾਂਦੇ ਆ। ਸੋ ਸਾਰਾ ਕੁਝ ਇਸ ਵਾਰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਸੌਂਪਿਆਗਾ ਜੀ। ਪੈਸੇ ਵੀ
ਖਜ਼ਾਨੇ 'ਚ ਆ ਰਹੇ ਨੇਗੇ ਬਤੌਰ ਖਜ਼ਾਨਾ ਮੰਤਰੀ ਮੈਂ ਉਹ ਵੀ ਦੇਖ ਰਿਹਾ ਬਤੌਰ ਐਕਸਾਈਜ਼ ਮਿਨਿਸਟਰ ਬਤੌਰ ਟੈਕਸੇਸ਼ਨ ਮਿਨਿਸਟਰ ਬਤੌਰ ਪਲਾਨਿੰਗ ਜਿਹੜਾ ਹੈਗਾ cooperative ਵੀ ਤੁਹਾਡੇ ਕੋਲੇ ਬਹੁਤ cooperative ਵੀ ਮੇਰੇ important ਕੋਲੇ ਆ ਮਹਿਕਮਾ ਹੈ। ਸੋ ਮੈਂ ਦੇਖ ਰਿਹਾ ਕਿੱਥੋਂ ਪੈਸਾ ਆ ਰਿਹਾ ਹੈਗਾ ਔਰ ਕਿੱਥੇ ਪੈਸੇ ਦੀ ਚੋਰੀ ਹੋ ਰਹੀ ਸੀਗੀ ਜੀ। ਉਹ ਸਾਰਾ ਪੈਸਾ ਜਿੱਥੇ ਚੋਰੀ ਹੋ ਰਹੀ ਸੀ ਉਹਨੂੰ ਪਲੱਗ ਕਰ ਰਹੇ ਹਾਂਗੇ ਉਹਨੂੰ ਰੋਕ ਰਿਹਾ ਚੋਰੀ ਨੂੰ ਔਰ ਜਿਹੜੀ ਆ ਉਹ ਪੈਸਾ ਸਾਡੇ ਕੋਲ ਲਗਾਤਾਰ ਉਹਦੀ ਮੈਂ ਸਮਝਦਾ ਉਹਦੇ ਕਲੈਕਸ਼ਨ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਮੈਂ ਅੰਕੜੇ ਬੜੀ ਜਲਦੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੂੰਗਾ ਕਿ ਕਲੈਕਸ਼ਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈਗਾ ਔਰ ਕਲੈਕਸ਼ਨ ਦੇ ਵਿੱਚ ਵਾਧਾ ਹੋ ਰਿਹਾ ਅਸੀਂ ਸਹੂਲਤਾਂ ਵਿੱਚ ਵੀ ਵਾਧਾ ਕਰ ਰਹੇ ਹਾਂ ਲੋਕਾਂ ਦੇ ਵਿੱਚ ਅੱਛਾ ਚੀਮਾ ਸਾਹਿਬ ਮੈਂ ਇੱਕ ਹੋਰ ਥੋੜਾ ਜਿਹਾ ਲਾਈਟਰ ਮੋਡ ਦੇ ਉੱਤੇ ਸਵਾਲ ਪੁੱਛਣਾ ਚਾਹੁੰਦਾ ਜਦੋਂ ਸ਼ਰਾਬ ਸਸਤੀ ਵਾਲਾ ਬਿਆਨ ਸਾਹਮਣੇ ਆਇਆ ਜਾਂ ਫਿਰ ਪੂਰਾ ਖਬਰ ਸਾਹਮਣੇ ਆਈ ਕਿਸੇ ਮੰਤਰੀ ਜਾਂ ਫਿਰ ਵਿਧਾਇਕ ਦਾ ਵੀ ਫੋਨ ਆਇਆ ਕਿ ਚੀਮਾ ਸਾਹਿਬ ਆ ਤੁਸੀਂ ਵਧੀਆ ਕੀਤਾ ਸ਼ਰਾਬ ਸਸਤੀ ਕਰਤੀ ਖੁਸ਼ ਹੋ ਦੇਖੋ ਗੱਲ ਸ਼ਰਾਬ ਸਸਤੀ ਕਰਨ ਦੀ ਨਹੀਂ ਹੈਗੀ ਗੱਲ ਪੰਜਾਬ ਵਿੱਚੋਂ ਸ਼ਰਾਬ ਮਾਫੀਆ ਖਤਮ ਕਰਨ ਦੀ ਸੀ ਬਹੁਤ ਸਾਰੇ ਐਮਐਲਏ ਸਾਹਿਬਾਨ ਦੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਇਸ ਗੱਲ ਲਈ ਫੋਨ ਆਏ ਕਿ ਇਸ ਵਾਰ ਪੰਜਾਬ ਵਿੱਚੋਂ ਸ਼ਰਾਬ ਦਾ ਮਾਫੀਆ ਖਤਮ ਹੋ ਗਿਆ ਤੁਹਾਨੂੰ ਮੁਬਾਰਕਬਾਦ ਔਰ ਇਸ ਗੱਲ ਦਾ ਆਇਆ ਕਿਉਂਕਿ ਨਹੀਂ ਕੀ ਸੀਗਾ ਬਹੁਤ ਸਾਰੇ ਮਿਨਿਸਟਰ ਸਾਹਿਬਾਨ ਬਹੁਤ ਸਾਰੇ ਲੋਕ ਜਿਹੜੇ ਇਸ ਮਾਫੀਆ ਨਾਲ ਜੁੜੇ ਹੋਏ ਸੀਗੇ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਕੰਟਰੈਕਟ ਲੈ ਲੈਂਦੇ ਸੀ ਪਰ ਉਹ ਕਹਿੰਦੇ ਸਮੂਹ ਗਰੁੱਪ ਤੁਸੀਂ ਘਟਾ ਦਿੱਤੇ ਉਸ ਦੇ ਨਾਲ ਤਾਂ ਮਾਫੀਆ ਇੱਕ ਤਰੀਕੇ ਨਾਲ ਵਧੇਗਾ ਜਿਹੜੇ ਛੋਟੇ ਪਲੇਅਰ ਸੀ ਉਹ ਖਤਮ ਕਰਤੇ ਤੁਸੀਂ ਜਿਹੜੇ ਨਵਾਂ ਤੁਹਾਡਾ ਡਿਸੀਜਨ ਹੈ ਉਸ ਦੇ ਨਾਲ ਜਿਹੜੇ ਗਰੁੱਪਸ ਆ ਉਸ ਦੀ ਤਾਦਾਦ ਘਟਾ ਦਿੱਤੀ ਦੇਖੋ ਇਹ ਪਾਲਿਸੀ ਨਵੀਂ ਬਣੀ ਆ ਔਰ ਮੈਂ ਫੇਰ ਕਹਿ ਰਿਹਾ ਕਿ ਪਾਲਿਸੀ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਠੇਕੇਦਾਰਾਂ ਨੇ 100% ਐਕਸੈਪਟ ਕੀਤਾਗਾ 100% ਸਾਡੀ ਬਿਡਿੰਗ ਜਿਹੜੀ ਆ ਉਹ ਸਕਸੈਸਫੁਲ ਹੋਈ ਹੈਗੀ ਔਰ ਜਿਹੜੇ ਥੋੜੇ ਬਹੁਤੇ ਰਹਿ ਗਏ ਮੈਂ ਪੂਰਾ ਮੰਨਦਾਗਾ ਰਹਿ ਗਏ ਉਹ ਵੀ ਅੱਜ ਮੈਂ ਸਮਝਦਾ ਕੰਪਲੀਟ ਹੋ ਜਾਣਗੇ ਸੋ 100% ਜਿਹੜਾ ਹੈਗਾ ਇਸ ਪਾਲਿਸੀ ਦਾ ਓਨਰ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਸੋ ਰੈਵਨਿਊ ਵੀ ਵਧਿਆਗਾ ਮੈਂ ਫੇਰ ਕਹਿ ਰਿਹਾ ਬਦਲ ਗਏ ਹੈ ਰੇਟ ਬਦਲ ਗਏ ਚੀਮਾ ਸਾਹਿਬ ਕੇ ਹਲੇ ਦਿਨ ਲੱਗਣਗੇ ਨਹੀਂ ਰੇਟ ਬਿਲਕੁਲ ਬਦਲ ਚੁੱਕੇ ਨੇ ਰੇਟ ਬਦਲ ਚੁੱਕੇ ਨੇਗੇ ਨਵੀਂ ਪਾਲਿਸੀ ਜਿਹੜੀ ਆ ਉਹ ਲਾਗੂ ਹੋ ਚੁੱਕੀ ਹੈ 1 ਤਰੀਕ ਤੋਂ ਔਰ ਉਸ ਤਰੀਕੇ ਨਾਲ ਜਿਹੜੇ ਹੈਗੇ ਨੇ ਠੇਕੇ ਦੇ ਨਵੀਂ ਜਿਹੜੀ ਸ਼ਰਾਬ ਵਿਕ ਰਹੀ ਆ ਮੈਂ ਇੱਕ ਹੋਰ ਸਵਾਲ ਪੁੱਛਣਾ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਇੱਕ ਸੀਵਰੇਜ ਜਿਹੜੇ ਕਸਬੇ ਹੈ ਤੇ ਉਹਨਾਂ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਾਲ ਕਸਬੇ ਛੋਟੇ ਸ਼ਹਿਰ ਪਿੰਡ ਉਹਨਾਂ ਨੂੰ ਜੋੜਨ ਦੀ ਇੱਕ ਸ਼ੁਰੂਆਤ ਹੋਈ ਉਹ ਕਾਂਗਰਸ ਸਰਕਾਰ ਦੇ ਸਮੇਂ ਵੀ ਚੱਲਦਾ ਰਿਹਾ ਬਹੁਤ ਸਾਰੇ ਕਸਬਿਆਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੀ ਮੈਸੇਜ ਆਉਂਦੇ ਨੇ ਕਿ ਸਾਡੇ ਉੱਥੇ ਨਾ ਤਾਂ ਇਹ ਸੀਵਰੇਜ ਸਿਸਟਮ ਚੱਲਿਆ ਤੇ ਜਿੱਥੇ ਪੈਣਾ ਸ਼ੁਰੂ ਹੋ ਗਿਆ ਸੀ ਉੱਥੇ ਹਾਲ ਬਦਹਾਲ ਨੇ ਕਿ ਖਜ਼ਾਨੇ ਦੇ ਵਿੱਚੋਂ ਸਪੈਸੀਫਿਕਲੀ ਇਸ ਕੰਮ ਦੇ ਲਈ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਉਹ ਜਿਹੜਾ ਸੀਵਰੇਜ ਦਾ ਕੰਮ ਹੈ ਜਲਦ ਤੋਂ ਜਲਦ ਪੈਸੇ ਦੇ ਕੇ ਕੰਪਲੀਟ ਕਰਵਾ ਦਈਏ ਬਿਲਕੁਲ ਜਿੱਥੇ ਵੀ ਸੀਵਰੇਜ ਦਾ ਕੰਮ ਪੰਜਾਬ ਵਿੱਚ ਰੁਕਿਆ ਪਿਆ ਹੈਗਾ ਸਾਡੀ ਫਰਸਟ ਪ੍ਰਾਇੋਰਟੀ ਹੋਊਗੀ ਕੰਮ ਕੰਪਲੀਟ ਹੋਵੇ ਔਰ ਦੂਜਾ ਜਿਹੜਾ ਹੈਗਾ ਜਿਹੜੀਆਂ ਨਵੀਆਂ ਡਿਮਾਂਡਸ ਆ ਰਹੀਆਂ ਨੇਗੀਆਂ ਉਹ ਵੀ 100% ਪੂਰੀਆਂ ਕਰਾਂਗੇ ਲੋਕਲ ਬਾਡੀ ਡਿਪਾਰਟਮੈਂਟ ਨੂੰ ਜਿਹੜਾ ਹੈ ਜਿੰਨੇ ਅਧਿਕਾਰੀ ਨੇ ਕਿ ਉਹ ਮੇਰੇ ਸੰਪਰਕ ਦੇ ਵਿੱਚ ਨੇ ਔਰ ਸੀਐਮ ਸਾਹਿਬ ਇਹ ਮਹਿਕਮਾ ਦੇਖ ਰਹੇ ਨੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੈਨੂੰ ਡਾਇਰੈਕਸ਼ਨ ਜਾਰੀ ਕੀਤੀ ਆ ਕਿ ਜਿੰਨੇ ਵੀ ਕਿਤੇ ਪ੍ਰੋਜੈਕਟ ਖੜੇ ਨੇਗੇ ਰੁਕ ਗਏ ਨੇ ਕਿਸੇ ਨਾ ਕਿਸੇ ਕਾਰਨ ਉਹ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਜਾਣ ਉਹਦੇ ਲਈ ਮੈਂ ਫੰਡ ਜਾਰੀ ਕਰ ਰਿਹਾ ਹਾਂ ਬਹੁਤ ਸਾਰਿਆਂ ਲਈ ਜਾਰੀ ਹੋ ਗਿਆ ਜਿੱਥੇ ਕਿਤੇ ਰਹਿੰਦਾ ਉਹ ਵੀ ਜਾਰੀ ਕਰ ਦੂੰਗਾ ਔਰ ਨਵੇਂ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਨੇ ਚਾਹੇ ਵਰਲਡ ਬੈਂਕ ਦੇ ਨੇ ਚਾਹੇ ਪੰਜਾਬ ਸਰਕਾਰ ਦੇ ਨੇਗੇ ਉਹ ਸਾਰੇ ਅਸੀਂ 100% ਪੂਰੇ ਕਰ ਰਹੇ ਹਾਂ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਣਾ ਹੈ ਸੰਗਰੂਰ ਜ਼ਿਮਨੀ ਚੋਣ ਦੇ ਨਾਲ ਕੀ ਹੋ ਗਿਆ ਚੀਮਾ ਸਾਹਿਬ ਉੱਥੇ ਸਪੈਸੀਫਿਕਲੀ ਦਿੜਬਾ ਦੇ ਉੱਤੇ ਆਵਾਂ ਤਾਂ ਦਿੜਬਾ ਦੇ ਵਿੱਚ ਵੀ ਸਥਿਤੀ 3.5 ਮਹੀਨੇ ਦੇ ਵਿੱਚ ਬਿਲਕੁਲ ਇੱਕ ਤਰੀਕੇ ਨਾਲ ਬਦਲੀ ਹੋਈ ਨਜ਼ਰ ਆਈ ਬਿਲਕੁਲ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜੇ ਮੈਂ ਗੱਲ ਸੰਗਰੂਰ ਪਾਰਲੀਮੈਂਟ ਦੇ ਲੋਕਾਂ ਦੀ ਗੱਲ ਕਰਾਂ ਉਹਨਾਂ ਦਿੱਤਾ ਗਿਆ ਫਤਵਾ ਸਾਡੇ ਸਿਰ ਮੱਥੇ ਤੇ ਜਿੰਨੀਆਂ ਵੀ ਸਾਡੇ 'ਚ ਕਮੀਆਂ ਕਮਜ਼ੋਰੀਆਂ ਰਹੀਆਂ ਉਹਨੂੰ ਦੂਰ ਕਰਾਂਗੇ ਪਰ ਲੇਕਿਨ ਅਸੀਂ ਤਾਂ ਉਸ ਇਲੈਕਸ਼ਨ ਤੱਕ ਆਪਣਾ ਬਜਟ ਵੀ ਪੇਸ਼ ਨਹੀਂ ਕੀਤਾ ਸੀਗਾ 3 ਮਹੀਨੇ ਦਾ ਬਹੁਤ ਥੋੜਾ ਸਮਾਂ ਸੀਗਾ ਪਰ ਲੇਕਿਨ ਫਿਰ ਵੀ ਅਸੀਂ ਆਪਣੀਆਂ ਖਾਮੀਆਂ ਜਿੱਥੇ ਹੋਈਆਂ ਨੇ ਉਹ ਠੀਕ ਕਰਾਂਗੇ ਇਹ ਵੀ ਪਹਿਲੀ ਵਾਰ ਹੋਇਆ ਲੋਕਾਂ ਦੇ ਵਿੱਚ ਅਸੀਂ ਸੱਤਾ ਧਿਰ ਲੋਕ ਸਭਾ ਦੀ ਜ਼ਿਮਨੀ ਚੋਣ ਹਾਰ ਗਈ ਹੋਵੇ ਇਸ ਤੋਂ ਪਹਿਲਾਂ ਨਹੀਂ ਹੋਇਆ ਦੇਖੋ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਿ ਪੁਰਾਣੀਆਂ ਜਿਹੜੀਆਂ ਸਿਆਸੀ ਪਾਰਟੀਆਂ ਰਾਜ ਕਰਦੀਆਂ ਰਹੀਆਂ ਨੇਗੀਆਂ ਹਮੇਸ਼ਾ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਸੀ ਕੁੱਟ ਕੇ ਲੁੱਟ ਕੇ ਜਿੱਤਦੀਆਂ ਹੁੰਦੀਆਂ ਸੀਗੀਆਂ ਇੱਕ ਸਿੰਗਲ ਕੰਪਲੇਂਟ ਕਿਸੇ ਲੜਾਈ ਦੀ ਕੋਈ ਸ਼ਰਾਬ ਦੀ ਕੋਈ ਕੁੱਟਮਾਰ ਦੀ ਕੋਈ ਬੂਥ ਕੈਪਚਰਿੰਗ ਦੀ ਔਰ ਕਿਸੇ ਵੀ ਮੁਲਾਜ਼ਮ ਨੂੰ ਧਮਕਾਇਆ ਹੋਵੇ ਡਰਾਇਆ ਹੋਵੇ ਕਿਸੇ ਵੀ ਬੰਦੇ ਨੇ ਤਾਂ ਮੈਨੂੰ ਦਿਖਾ ਦਿਓ ਔਰ ਦੂਜਾ ਇਲੈਕਸ਼ਨ ਪ੍ਰਚਾਰ ਬੰਦ ਹੋਣ ਸਮੇਂ 24 ਘੰਟੇ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਸਾਰੇ ਐਮਐਲਏ ਸਾਹਿਬਾਨ ਸੰਗਰੂਰ ਤੋਂ ਬਾਹਰ ਆ ਚੁੱਕੇ ਸੀ ਸੰਗਰੂਰ ਪਾਰਲੀਮੈਂਟ ਦੇ ਜਿਹੜਾ ਅਧਿਕਾਰ ਖੇਤਰ ਸੀ ਉਹ ਤੋਂ ਬਾਹਰ ਆ ਚੁੱਕੇ ਸੀਗੇ ਸੋ ਬਿਲਕੁਲ 100% ਫੇਅਰ ਇਲੈਕਸ਼ਨ ਹੋਈ ਹੈਗੀ ਪਹਿਲਾਂ ਕੀ ਹੁੰਦਾ ਸੀ ਜੇ ਆਪਾਂ ਗੱਲ ਕਰੀਏ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਦੀਆਂ ਜਿਹੜੀਆਂ ਪੁਰਾਣੀਆਂ ਗੋਲੀਆਂ ਚੱਲਦੀਆਂ ਸੀ ਬੰਦਿਆਂ ਨੂੰ ਕੁੱਟਿਆ ਜਾਂਦਾ ਸੀ ਬੂਥ ਕੈਪਚਰਿੰਗ ਹੁੰਦੀ ਸੀਗੀ ਬਿਲਕੁਲ ਸਰਕਾਰ ਨੇ ਬੜੀ ਇਮਾਨਦਾਰੀ ਨਾਲ ਇਲੈਕਸ਼ਨ ਕਰਾਈ ਹੈਗੀ ਕੋਈ ਵੀ ਜਿਹੜੀ ਸਰਕਾਰੀ ਮਸ਼ੀਨ ਦਾ ਦੁਰਉਪਯੋਗ ਨਹੀਂ ਹੋਇਆ ਹਾਂ ਠੀਕ ਆ ਲੋਕਾਂ ਦਾ ਜਿਸ ਤਰ੍ਹਾਂ ਮੂਡ ਸੀਗਾ ਅਸੀਂ ਸਿਰ ਮੱਥੇ ਕਬੂਲ ਕਰ ਦਿਆਂਗੇ ਜਿੱਥੇ ਸਾਡੀਆਂ ਗਲਤੀਆਂ ਨੇਗੀਆਂ ਉਹ ਸੁਧਾਰਾਂਗੇ 3 ਮਹੀਨਿਆਂ ਦੇ ਵਿੱਚ ਮੈਂ ਸਮਝਦਾ ਸਰਕਾਰ ਅਜੇ ਫੈਸਲੇ ਲੈ ਪੁਆਇੰਟ ਦੱਸ ਸਕਦੇ ਹੋ ਕਿ ਜਿਸ ਦੀ ਵਜ੍ਹਾ ਨਾਲ ਸੰਗਰੂਰ ਦੇ ਵਿੱਚ ਹਾਰ ਹੋਈ ਦੇਖੋ ਮੈਂ ਸਮਝਦਾ ਲਾਅ ਐਂਡ ਆਰਡਰ ਸਮਝਦੇ
ਨਹੀਂ ਕੋਈ ਸਿੱਧੂ ਕੋਈ ਵੀ ਮੂਸੇਵਾਲਾ ਦਾ ਸਮੱਸਿਆ murder। ਨਹੀਂ ਸੀਗੀ, ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ। ਲੋਕਾਂ ਦਾ ਆਪਦਾ ਇੱਕ ਜਿਹੜਾ ਉਹਨਾਂ ਦਾ ਫਤਵਾ ਸੀਗਾ, ਮੈਂ ਫੇਰ ਕਹਿਣਾ ਸਾਡੇ ਸਿਰ ਮੱਥੇ ਤੇ। ਔਰ ਦੂਜੀ ਵੱਡੀ ਗੱਲ, ਜਿੱਥੇ ਕਮੀਆਂ ਨੇ ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ, ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ, ਜਿੱਥੇ ਘਾਟਾਂ ਰਹੀਆਂ ਨੇ ਦੂਰ ਵੀ ਕਰਾਂਗੇ। ਜੀ। ਔਰ ਦੂਜਾ ਵੱਡੀ ਗੱਲ ਹੈ ਕਿ ਪਹਿਲਾ ਬਜਟ ਅਸੀਂ ਉਸ ਤੋਂ ਬਾਅਦ ਪੇਸ਼ ਕੀਤਾਗਾ, ਇਲੈਕਸ਼ਨ ਤੋਂ ਬਾਅਦ ਦੇ ਵਿੱਚ ਪੇਸ਼ ਹੋਇਆਗਾ। ਸੋ ਉਹ ਜਿੰਨੀਆਂ ਵੀ ਅਸੀਂ ਕਮਿਟਮੈਂਟ ਸੀਗੀਆਂ, ਕਿਤੇ ਨਾ ਕਿਤੇ ਵਿਰੋਧੀਆਂ ਨੇ ਕਿਹਾ ਕਿ ਦੇਖੋ ਜੀ ਇਹਨਾਂ ਨੇ ਆਪ ਵਾਅਦਾ ਨਹੀਂ ਪੂਰਾ ਕੀਤਾ, 300 ਯੂਨਿਟ ਵਾਲਾ ਵਾਅਦਾ ਪੂਰਾ ਨਹੀਂ ਕੀਤਾ ਜੀ, ਸਕੂਲ ਵਾਲਾ ਵਾਅਦਾ ਪੂਰਾ ਨਹੀਂ ਕੀਤਾ ਜੀ, ਜਿਹੜਾ ਹਸਪੀਟਲ ਵਾਲਾ ਵਾਅਦਾ ਪੂਰਾ ਨਹੀਂ ਕੀਤਾ। ਉਹ 3 ਮਹੀਨਿਆਂ ਦੇ ਦੌਰਾਨ ਅਸੀਂ ਹਜੇ ਬਜਟ ਪੇਸ਼ ਨਹੀਂ ਕੀਤਾ ਸੀਗਾ। ਅਸੀਂ ਬਜਟ ਜਿਹੜਾ ਹੈਗਾ ਆਪਣਾ ਬਰਾੜ ਜੀ। ਸਾਹਿਬ ਆਫਟਰ ਦੀ ਇਲੈਕਸ਼ਨ ਪੇਸ਼ ਕੀਤਾਗਾ, ਆਫਟਰ ਇਲੈਕਸ਼ਨ ਤੋਂ ਬਾਅਦ ਪੇਸ਼ ਕੀਤਾਗਾ। ਸੋ ਹੁਣ ਜਦੋਂ ਉਹ ਸਾਰੀਆਂ ਸਕੀਮਾਂ ਲੋਕਾਂ 'ਚ ਲਾਗੂ ਹੋਣਗੀਆਂ, ਲੋਕ ਉਹਨਾਂ ਸਕੀਮਾਂ ਦਾ ਲਾਭ ਉਠਾਉਣਗੇ, ਤਾਂ ਮੈਂ ਸਮਝਦਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਹਾਂ ਸਰਕਾਰ ਜਿਹੜੀ ਜਾਂਦੇ ਮਾੜਾ ਜਿਹਾ ਮਹਿਲਾਵਾਂ ਨੂੰ 1000 ਰੁਪਇਆ ਦੇਣ ਬਾਰੇ ਵੀ ਦੱਸ ਦਿਓ, ਕਦੋਂ ਤੱਕ ਉਹ ਵੀ ਪੂਰਾ ਹੋ ਜਾਏਗਾ। ਮਾਨਯੋਗ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੀ ਵਿਧਾਨ ਸਭਾ 'ਚ ਐਲਾਨ ਕੀਤਾਗਾ ਕਿ ਬੜੀ ਜਲਦੀ ਉਹ ਵੀ ਜਿਹੜੀ ਮੰਗ ਆ ਜਾਂ ਜਿਹੜੀ ਗਰੰਟੀ ਆ, ਜਿਹੜੀ ਗਰੰਟੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੇ ਦਿੱਤੀ ਸੀਗੀ, ਉਹ 100% ਪੂਰੀ ਕਰਾਂਗੇ। ਪਰ ਉਹਦੇ ਅਸੀਂ ਵਕਤ ਮੰਗਿਆ ਗਿਆ ਪੰਜਾਬ ਦੇ ਲੋਕਾਂ ਦੀਆਂ, ਸਾਡੀਆਂ ਮਾਵਾਂ ਭੈਣਾਂ ਤੋਂ, ਜਿਹੜੀਆਂ ਮੈਂ ਸਮਝਦਾ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਹਿੱਸਾ ਪਾਉਂਦੀਆਂ ਨੇਗੀਆਂ। ਸੋ ਉਹਨਾਂ ਤੋਂ ਵਕਤ ਮੰਗਿਆ ਗਿਆ, ਉਹਨਾਂ ਨੇ ਸਮਾਂ ਦਿੱਤਾ ਗਿਆ। 100% ਜਿਹੜਾ ਦੇਖੋ ਵਾਅਦੇ ਸਰਕਾਰਾਂ ਪਾਰਟੀਆਂ ਕਰਦੀਆਂ ਇਲੈਕਸ਼ਨ ਤੋਂ ਪਹਿਲਾਂ, ਵਾਅਦੇ 5 ਸਾਲ ਲਈ ਪੂਰੇ ਕਰਨੇ ਹੁੰਦੇ ਨੇਗੇ, ਪਰ ਲੇਕਿਨ ਅਸੀਂ ਆਪਣੇ 5 ਵੱਡੇ ਵਾਅਦਿਆਂ ਵੱਲੋਂ ਹਰੀ ਝੰਡੀ ਹੋਊਗੀ ਤਾਂ ਹੀ ਉਹ ਅਨਾਉਂਸ ਕਰਨਗੇ। 5 ਵੱਡੇ ਵਾਅਦਿਆਂ ਚੋਂ 5 ਵੱਡੇ ਵਾਅਦਿਆਂ ਚੋਂ 4 ਵੱਡੇ ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ, ਇੱਕ ਰਹਿ ਗਿਆ, ਬੜੀ ਜਲਦੀ ਪੂਰਾ ਕਰਾਂਗੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਛੋਟੀ ਜਿਹੀ ਕਹਾਂਗਾ, ਮਹਿਲਾਵਾਂ ਦੀ ਗੱਲ ਤੁਸੀਂ ਕੀਤੀ ਆ ਜੀ। ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ, ਇਤਿਹਾਸਿਕ ਤੌਰ ਤੇ, ਕਿ ਜਦੋਂ ਅਸੀਂ ਬਜਟ ਤਿਆਰ ਕਰ ਰਹੇ ਸੀਗੇ ਉਸ ਸਮੇਂ ਪੰਜਾਬ ਦੀਆਂ 27.3% ਔਰਤਾਂ ਨੇ, ਜਿੰਨੇ ਸਾਨੂੰ ਸੁਝਾਅ ਪ੍ਰਾਪਤ ਹੋਏ ਉਹਨਾਂ ਵਿੱਚੋਂ ਠੀਕ ਹੈ 27.3% ਔਰਤਾਂ ਨੇ ਸਾਨੂੰ ਆਪਣੇ ਸੁਝਾਅ ਦਿੱਤੇ। ਔਰ ਜਿਹੜੀ ਸਾਡੀ ਐਕਸਰਸਾਈਜ਼ ਸੀਗੀ, ਇਹਦਾ ਮਤਲਬ ਕੀ ਹੈ ਕਿ ਸਾਡੀਆਂ ਮਹਿਲਾਵਾਂ, ਸਾਡੀਆਂ ਮਾਵਾਂ ਭੈਣਾਂ ਆਪਣੇ ਪੰਜਾਬ ਦੇ ਬਜਟ ਦੇ ਲਈ ਕਿੰਨੀਆਂ ਚਿੰਤਤ ਸੀਗੀਆਂ। ਸੋ ਬਜਟ ਤਿਆਰ ਹੋਇਆਗਾ। ਸੋ ਸਾਡੀਆਂ ਸਾਰੀਆਂ ਮਹਿਲਾਵਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਪਤਾਗਾ ਕਿ ਕਦੋਂ ਸਾਨੂੰ 1000 ਰੁਪਏ ਮਿਲਣਗੇ, ਪਰ ਸਾਡਾ ਵਾਅਦਾਗਾ ਔਰ 100% ਦੇਵਾਂਗੇ। ਚਲੋ ਇੱਕ ਛੋਟਾ ਜਿਹਾ ਆਖਰੀ ਸਵਾਲ, 300 ਯੂਨਿਟ ਫ੍ਰੀ 1 ਜੁਲਾਈ ਤੋਂ ਸਕੀਮ ਇੰਪਲੀਮੈਂਟ, ਪੈਸਾ ਫਿਰ ਵੀ ਤੁਹਾਡੇ ਵੱਲੋਂ ਹੀ ਜਾਣਾ ਹੈ? ਕੋਈ ਫਾਈਲ ਤੁਰੀ, ਕੋਈ ਚੈੱਕ ਉਸ ਵਾਲੇ ਪਾਸੇ ਨੂੰ ਜਾਣ ਲੱਗਿਆ ਕਿ ਬਿਜਲੀ ਡਿਪਾਰਟਮੈਂਟ ਦੇ ਕੋਲ ਪਹੁੰਚ ਜਾਵੇ ਔਰ 300 ਯੂਨਿਟ ਫ੍ਰੀ ਹੋ ਜਾਣੇ ਲੋਕਾਂ ਨੂੰ? ਉਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲੇ ਵੀ ਸਾਡੇ ਤੇ ਬੋਝ ਵੱਧ ਗਿਆ, ਸਰਕਾਰ ਪੈਸੇ ਨਹੀਂ ਦਿੰਦੀ। ਬਿਲਕੁਲ ਜੀ। ਪਹਿਲਾਂ ਬੜੇ ਲੰਬੇ ਬੈਕਲੌਗ, ਜਦੋਂ ਬਜਟ ਪੇਸ਼ ਹੋਇਆ ਸੀਗਾ ਤਾਂ ਜਿੰਨੇ ਪੈਸੇ ਅਸੀਂ ਇਸ ਸਕੀਮ ਲਈ ਰੱਖਣੇ ਸੀਗੇ, ਜਿੰਨੇ ਸਾਨੂੰ ਡਿਮਾਂਡ ਸੀਗੀ, ਡਿਪਾਰਟਮੈਂਟ ਨੇ ਜਿੰਨੇ ਮੰਗੇ ਸੀ, 1800 ਕਰੋੜ ਰੁਪਈਆ ਸਾਲਾਨਾ, ਬਿਲਕੁਲ ਉਹਦੀ ਪ੍ਰੋਵੀਜ਼ਨ ਜਿਹੜੀ ਆ, ਉਹਦੀ ਤਜਵੀਜ਼ ਜਿਹੜੀ ਆ ਉਹ ਬਜਟ 'ਚ ਕੀਤੀ ਗਈ ਆ ਔਰ ਉਹ ਸਾਰੇ ਮਿਲਣਗੇ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਸਹੂਲਤ ਮਿਲੂਗੀ। ਧੰਨਵਾਦ। ਬਿਲਕੁਲ, ਤਾਂ ਅਸੀਂ ਬਹੁਤ-ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਸਵਾਲ ਨੇ, ਮੁੱਦੇ ਨੇ, ਉਹ ਜ਼ਰੂਰ ਅਸੀਂ ਸਵਾਲਾਂ ਦੇ ਜ਼ਰੀਏ ਜਾਣ ਸਕੀਏ। ਸ਼ੁਕਰੀਆ ਸਰ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਨਿਊਜ਼ 18 ਪੰਜਾਬ ਦੇ ਦਰਸ਼ਕ ਸਾਡੇ ਨਾਲ ਜੁੜੇ ਰਹਿਣ ਇਸੇ ਤਰ੍ਹਾਂ। ਸਰਕਾਰ ਤੇ